ਧੰਨ ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਣ ਸੁਹੇਲੇ। ਰਾਖੋ ਰਾਖਨਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਰਾਖੋ ਰਾਖਨਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਵਾਹਿਗੁਰੂ ਸਾਹਿਬ ਜੀ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੀ ਵਡ ਅਵਰ ਨਾ ਕੋਈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ। ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ। ਤੂੰ ਆਪੇ ਕਰੈ ਸੋ ਹੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ। ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ। ਜੋ ਸਭ ਸਹਿ ਕਾ ਜਾਣੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ। ਜੋ ਸਭ ਸਹਿ ਕਾ ਜਾਣੋਈ। ਪਰਮ ਸਤਿਕਾਰਯੋਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਸਤਿਕਾਰਯੋਗ ਗੁਰੂ ਪਿਆਰੇ ਸਵਾਰੇ ਸਤ ਸੰਗੀ ਜਨੋ, ਆਓ ਸਤਿਗੁਰੂ ਜੀ ਦੀ ਪਾਵਨ ਬਾਣੀ ਨਾਲ ਕੁਝ ਸਮਾਂ ਵਿਚਾਰਾਂ ਦੀ ਸਾਂਝ ਪਾਈਏ। ਪਾਵਨ ਵਿਚਾਰਾਂ ਦੀ ਸਾਂਝ ਪਾ ਕੇ ਆਪਣੇ ਇਸ ਕੀਮਤੀ ਸਮੇਂ ਨੂੰ ਸਫਲਾ ਕਰੀਏ, ਮਨੁੱਖਾਂ ਜਨਮ ਨੂੰ ਸਫਲਾ ਕਰੀਏ। ਸੋ ਵਿਚਾਰਾਂ ਨਾਲ ਸਾਂਝ ਪਾਉਣ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਨਾਲ ਸਾਂਝ ਪਾਈਏ। ਗੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ, ਜੋ ਕਿ ਸੋ ਦਰ ਰਹਿਰਾਸ ਦੇ ਵਿੱਚ ਦਰਜ ਹੈ, ਉਸ ਦੇ ਅੱਜ ਅਖੀਰਲੇ 5 ਨੰਬਰ ਬੰਦ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ। ਅੱਜ ਇੱਥੇ ਇਸ ਸ਼ਬਦ ਦੀ ਜਿਹੜੀ ਸਮਾਪਤੀ ਹੋ ਜਾਵੇਗੀ। ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਅੱਜ ਇਸ 5 ਨੰਬਰ ਬੰਦ ਵਿੱਚ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕੀਤਾ ਹੈ, ਉਸੇ ਪਾਵਨ ਵਿਚਾਰ ਦੇ ਨਾਲ ਅਸੀਂ ਸਾਂਝ ਪਾਵਾਂਗੇ। ਇਸ ਤੋਂ ਪਿਛਲੇ ਬੰਦ ਦੀ ਵਿਚਾਰ ਜਿਵੇਂ ਅਸੀਂ ਕੱਲ੍ਹ ਦੇ ਦੀਵਾਨਾਂ ਵਿੱਚ ਸਾਂਝੀ ਕੀਤੀ ਸੀ, ਜਿਸ ਵਿੱਚ ਮਾਲਕ ਜੀ ਨੇ ਭਗਤ ਦੇ ਜੀਵਨ ਦੀ ਵਿਚਾਰ ਸਾਡੇ ਸਾਹਮਣੇ ਰੱਖੀ ਸੀ ਕਿ ਪਰਮਾਤਮਾ ਦੀ ਭਗਤੀ ਜਿਹੜੇ ਮਨੁੱਖ ਜੀਵਨ ਦੇ ਵਿੱਚ ਕਰਦੇ ਨੇ ਤੇ ਉਹਨਾਂ ਦੀ ਕੀਤੀ ਹੋਈ ਭਗਤੀ ਸਫਲੀ ਹੈ, ਜਿਹੜੇ ਪ੍ਰਭੂ ਨੂੰ ਭਾ ਜਾਂਦੇ ਨੇ, ਚੰਗੇ ਲੱਗਦੇ ਨੇ। ਸੰਸਾਰ ਦੇ ਵਿੱਚ ਹਰੇਕ ਮਨੁੱਖ ਇਹ ਦਾਅਵਾ ਕਰਦਾ ਹੈ ਕਿ ਭਾਈ ਮੈਂ ਵੀ ਰੱਬ ਦੀ ਭਗਤੀ ਕਰਦਾ ਹਾਂ, ਮੈਂ ਵੀ ਰੱਬ ਦੀ ਬੰਦਗੀ ਕਰਦਾ ਹਾਂ। ਪਰ ਗੁਰੂ ਪਿਆਰ ਵਾਲਿਓ, ਹਰੇਕ ਮਨੁੱਖ ਰੱਬ ਦੀ ਬੰਦਗੀ ਕਰਨ ਦਾ ਜਿਹੜਾ ਆਪਣੇ ਮਨ ਵਿੱਚ ਭਰਮ ਪਾਲੀ ਬੈਠਾ ਹੈ ਕਿ ਜੇਕਰ ਮੈਂ ਕਰਮ ਕਾਂਡ ਕਰ ਰਿਹਾ ਹਾਂ ਤੇ ਉਹਨੂੰ ਵੀ ਰੱਬ ਦੀ ਭਗਤੀ ਕਹਿ ਰਿਹਾ ਹਾਂ, ਜੇਕਰ ਮੈਂ
ਵਹਿਮਾਂ ਭਰਮਾਂ 'ਚ ਪਿਆ ਹੋਇਆ ਆ ਅਤੇ ਕਹਿੰਦਾ ਮੈਂ ਰੱਬ ਦੀ ਭਗਤੀ ਕਰ ਰਿਹਾ ਆ। ਜੇ ਪਖੰਡ ਕਰ ਰਿਹਾ ਕਹਿੰਦਾ ਮੈਂ ਰੱਬ ਦੀ ਭਗਤੀ ਕਰ ਰਿਹਾ ਆ। ਪਾਤਸ਼ਾਹ ਜੀ ਨੇ ਵਿਚਾਰਾਂ ਨੂੰ ਕਲੀਅਰ ਕਰ ਦਿੱਤਾ ਕਿ ਅਸਲ ਵਿੱਚ ਰੱਬ ਦੀ ਭਗਤੀ ਕੀ ਹੈ। ਪਰਮੇਸ਼ਰ ਦੇ ਗੁਣਾਂ ਨੂੰ ਜੀਵਨ 'ਚ ਵਸਾ ਲੈਣਾ, ਸੱਚ ਨੂੰ ਆਪਣੇ ਜੀਵਨ 'ਚ ਵਸਾ ਲੈਣਾ, ਸੱਚ ਦੇ ਨਾਲ ਜੀਵਨ ਨੂੰ ਜੋੜ ਲੈਣਾ, ਇਹ ਹੈ ਰੱਬ ਦੀ ਭਗਤੀ। ਤੇ ਗੁਰੂ ਪਿਆਰ ਵਾਲਿਓ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਅੰਦਰ ਭਗਤ ਸ਼ਬਦ ਜਿਹੜਾ 3 ਰੂਪਾਂ ਦੇ ਵਿੱਚ ਆਉਂਦਾ ਹੈ, ਪਰ ਇਹਨਾਂ ਦਾ ਉਚਾਰਨ ਜਿਹੜਾ ਇੱਕੋ ਹੀ ਹੈ। ਪਹਿਲਾ ਭਗਤ ਸ਼ਬਦ ਜਿਹੜਾ ਮੁਕਤਾ ਹੈ, ਉਸ ਦਾ ਅਰਥ ਹੈ ਉੱਥੇ ਬਹੁਤੇ ਭਗਤਾਂ ਦੀ ਗੱਲ ਕੀਤੀ ਹੈ। ਦੂਸਰਾ ਭਗਤ ਸ਼ਬਦ ਜਿਹਨੂੰ ਔਂਕੜ ਲੱਗਾ ਹੋਇਆ ਹੈ, ਭਗਤ ਦੇ ਤੱਤੇ ਨੂੰ ਔਂਕੜ ਲੱਗਾ ਹੋਇਆ ਹੈ, ਉੱਥੇ ਜਿਹੜੀ ਇੱਕ ਭਗਤ ਦੀ ਗੱਲ ਕੀਤੀ ਹੈ। ਤੀਸਰਾ ਭਗਤ ਜਿਸ ਦੇ ਤੱਤੇ ਨੂੰ ਸਿਹਾਰੀ ਹੈ, ਉੱਥੇ ਜਿਹੜੀ ਗੁਰੂ ਪਿਆਰ ਵਾਲਿਓ ਉੱਥੇ ਭਗਤੀ ਦੀ ਗੱਲ ਕੀਤੀ ਹੈ। ਹੁਣ ਇਹਨਾਂ ਤਿੰਨਾਂ ਸ਼ਬਦਾਂ ਦਾ ਜਿਹੜਾ ਉਚਾਰਨ ਇੱਕੋ ਹੈ, ਪਰ ਗੁਰਬਾਣੀ ਵਿਆਕਰਨ ਦੇ ਅਨੁਸਾਰ ਜੇਕਰ ਇਹਨਾਂ ਨੂੰ ਬਾਚੀਏ ਤੇ ਇਹਨਾਂ ਦੇ ਅਰਥਾਂ ਵਿੱਚ ਫਰਕ ਪੈਂਦਾ ਹੈ। ਉਚਾਰਨ ਹੋਰ ਵੀ ਗੁਰਬਾਣੀ ਵਿੱਚ ਅਨੇਕਾਂ ਸ਼ਬਦ ਆਉਂਦੇ ਆ ਇਹਨਾਂ ਰੂਪਾਂ ਦੇ ਵਿੱਚ, ਪਰ ਉਹ ਪੜ੍ਹਨ ਵਿੱਚ ਉਚਾਰਨ ਵਿੱਚ ਇੱਕੋ ਜਿਹੇ ਨੇ, ਪਰ ਉਹਨਾਂ ਦੇ ਜਦੋਂ ਗੁਰਬਾਣੀ ਵਿਆਕਰਨ ਅਰਥ ਵਿਚਾਰਾਂਗੇ ਤੇ ਉਹਨਾਂ ਦੇ ਅਰਥ ਜਿਹੜੇ ਵੱਖੋ ਵੱਖਰੇ ਆ। ਇਸ ਕਰਕੇ ਗੁਰਬਾਣੀ ਵਿੱਚ ਜਿਹੜੀ ਲਗਾ ਮਾਤਰ ਆਈ ਹੋਈ ਹੈ, ਚਾਹੇ ਔਂਕੜ, ਦਲੈਂਕੜ, ਲਾਵਾਂ, ਦਿਲਾਵਾਂ, ਸਿਹਾਰੀ, ਬਿਹਾਰੀ, ਇਹਨੂੰ ਸਹੀ ਢੰਗ ਦੇ ਨਾਲ ਸਾਨੂੰ ਉਚਾਰਨਾ ਪਵੇਗਾ। ਇਹਦਾ ਉਚਾਰਨ ਵੀ ਸ਼ੁੱਧ ਕਰਨਾ ਪਵੇਗਾ ਸਾਨੂੰ, ਫੇਰ ਹੀ ਜਿਹੜੀ ਗੁਰਬਾਣੀ ਦੇ ਸਹੀ ਅਰਥਾਂ ਬਾਰੇ ਗਿਆਨ ਤੇ ਸਮਝ ਆ ਸਕਦੀ ਹੈ। ਪਾਤਸ਼ਾਹ ਜੀ ਅੱਜ ਇਸ ਪਾਵਨ ਬੰਦ ਦੇ ਵਿੱਚ ਸਾਡੇ ਸਾਹਮਣੇ ਕੀ ਵਿਚਾਰ ਰੱਖਦੇ ਨੇ। ਮਾਲਕ ਜੀ ਬਚਨ ਕਰਦੇ ਨੇ, ਤੂੰ ਆਦਿ ਪੁਰਖ, ਹੇ ਪ੍ਰਭੂ, ਹੇ ਅਕਾਲ ਪੁਰਖ ਵਾਹਿਗੁਰੂ, ਅਪਰੰਪਰ ਕਰਤਾ ਜੀ। ਹੇ ਪ੍ਰਭੂ, ਤੂੰ ਸਾਰੇ ਜਗਤ ਦਾ ਮੂਲ ਹੈ। ਮੁੱਢ, ਆਦਿ ਦਾ ਅਰਥ ਕੀ ਹੁੰਦਾ ਆ? ਮੁੱਢ, ਮੂਲ। ਗੁਰੂ ਪਿਆਰ ਵਾਲਿਓ, ਜਿਵੇਂ ਜੇਕਰ ਮੂਲ ਨਾ ਹੋਵੇ ਤੇ ਗੁਰੂ ਪਿਆਰ ਵਾਲਿਓ ਜੀਵਨ ਦੇ ਅੰਦਰ ਫਿਰ ਕੁਝ ਵੀ ਅਸੀਂ ਪ੍ਰਾਪਤ ਨਹੀਂ ਕਰ ਸਕਦੇ। ਭਾਵ ਕਿ ਜਿੰਨਾ ਚਿਰ ਅਸੀਂ ਆਪਣੇ ਮੂਲ ਦੇ ਨਾਲ ਨਹੀਂ ਜੁੜਦੇ ਨਾ, ਉਨਾ ਚਿਰ ਸਾਡੇ ਜੀਵਨ ਦੇ ਵਿੱਚ ਟਿਕਾ ਨਹੀਂ ਹੈ। ਸਾਡਾ ਜੀਵਨ ਭਟਕਦਾ ਰਹੇਗਾ। ਵੇਖੋ, ਜਿਹੜੇ ਪੱਤੇ ਆਪਣੇ ਮੂਲ ਦੇ ਨਾਲੋਂ, ਦਰਖਤ ਨਾਲੋਂ, ਟਾਹਣੀ ਨਾਲੋਂ ਟੁੱਟ ਜਾਂਦੇ ਨੇ, ਉਹ ਹਮੇਸ਼ਾ ਹੀ ਹਨੇਰੀਆਂ ਜਿਹੜੀਆਂ ਨਾ ਉਹਨਾਂ ਨੂੰ ਉਡਾ ਕੇ ਲੈ ਜਾਂਦੀਆਂ ਨੇ, ਤੇ ਜਿਹੜੇ ਪੱਤੇ ਜੁੜੇ ਰਹਿੰਦੇ ਆ ਤੇ ਉਹਨਾਂ ਨੂੰ ਹਨੇਰੀਆਂ ਉਡਾ ਨਹੀਂ ਸਕਦੀਆਂ। ਇਸੇ ਤਰ੍ਹਾਂ ਗੁਰੂ ਪਿਆਰ ਵਾਲਿਓ, ਸਾਡਾ ਮੂਲ ਕੌਣ ਹੈ? ਅਕਾਲ ਪੁਰਖ ਵਾਹਿਗੁਰੂ। ਸਾਡਾ ਜਿਹੜਾ ਮੂਲ ਕੌਣ ਹੈ, ਸਾਡਾ ਧੁਰਾ ਕੌਣ ਹੈ? ਸਤਿਗੁਰੂ ਦੀ ਬਾਣੀ। ਜੇਕਰ ਅਸੀਂ ਆਪਣੇ ਮੂਲ ਗੁਰਬਾਣੀ ਨਾਲ ਜੁੜੇ ਰਵਾਂਗੇ ਤੇ ਸਾਡਾ ਜੀਵਨ ਫਿਰ ਕਦੇ ਵੀ ਡੋਲੇਗਾ ਨਹੀਂ। ਪਰ ਜੇਕਰ ਅਸੀਂ ਗੁਰਬਾਣੀ ਮੂਲ ਦੇ ਨਾਲੋਂ ਅਸੀਂ ਆਪਣੇ ਜੀਵਨ ਨੂੰ ਤੋੜ ਲਵਾਂਗੇ ਤੇ ਸਾਡਾ ਜੀਵਨ ਡੋਲੇਗਾ, ਭਟਕੇਗਾ ਵਿਕਾਰਾਂ ਦੇ ਵਿੱਚ। ਜੀਵਨ 'ਚ ਸ਼ਾਂਤੀ ਨਹੀਂ ਹੋਵੇਗੀ, ਜੀਵਨ 'ਚ ਅਡੋਲਤਾ ਹੀ ਨਹੀਂ ਹੋਵੇਗੀ, ਜੀਵਨ ਜਿਹੜਾ ਡੋਲੇਗਾ। ਇਸੇ ਤਰ੍ਹਾਂ ਪਾਤਸ਼ਾਹ ਜੀ ਬਚਨ ਕਰਦੇ ਨੇ, ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਕਿ ਤੂੰ ਰੱਬ ਦਾ ਰੂਪ ਆ ਭਾਈ, ਤੂੰ ਆਪਣਾ ਮੂਲ ਦੀ ਪਹਿਚਾਣ ਕਰ, ਤੇਰਾ ਅਸਲੀ ਮੂਲ ਕਿਹੜਾ ਆ। ਹੁਣ ਵੇਖੋ, ਜਿਹੜਾ ਜਿਵੇਂ ਦੁਨਿਆਵੀ ਤੌਰ 'ਤੇ ਸਾਡਾ ਮੂਲ ਕੀ ਹੈ? ਸਾਡੇ ਮਾਪੇ। ਜੇਕਰ ਅਸੀਂ ਆਪਣੇ ਮਾਪਿਆਂ ਨੂੰ ਭੁੱਲ ਜਾਵਾਂਗੇ ਤੇ ਜੀਵਨ ਦੇ ਅੰਦਰ ਅਸੀਂ ਕਦੇ ਵੀ ਸੁੱਖ ਨਹੀਂ ਪ੍ਰਾਪਤ ਕਰ ਸਕਾਂਗੇ, ਕਿਉਂਕਿ ਅਸੀਂ ਆਪਣੇ, ਸਾਨੂੰ ਮਾਪਿਆਂ ਨੇ ਸੰਸਾਰ ਵਿਖਾਇਆ, ਜੀਵਨ ਵਿਖਾਇਆ, ਇਹ ਕੁਦਰਤ, ਇਹ ਸ੍ਰਿਸ਼ਟੀ ਵਿਖਾਈ ਆ। ਤੇ ਗੁਰੂ ਪਿਆਰ ਵਾਲਿਓ, ਇਸੇ ਤਰ੍ਹਾਂ ਹੀ ਮਾਲਿਕ ਜੀ ਕਹਿੰਦੇ ਨੇ, ਤੂੰ ਆਦਿ ਪੁਰਖ, ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਸਾਰੇ ਜਗਤ ਦਾ ਮੂਲ ਆ। ਅਪਰੰਪਰ ਕਰਤਾ ਜੀ। ਅਪਰੰਪਰ ਦਾ ਅਰਥ ਹੁੰਦਾ ਆ ਕਿ ਜਿਸ ਦਾ ਪਰਲੇ ਤੋਂ ਪਰਲਾ ਬੰਨਾ ਵੀ ਨਾ ਲੱਭ ਸਕਿਆ ਜਾ ਸਕੇ। ਭਾਵ ਕਿ ਜਿਹੜਾ ਬੇਅੰਤ। ਪਾਤਸ਼ਾਹ ਜੀ ਕਹਿੰਦੇ ਨੇ, ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਸਭ ਵਿਆਪਕ ਹੈ, ਤੂੰ ਬੇਅੰਤ ਆ। ਤੇਰਾ ਕਹਿੰਦੇ ਜਿਹੜਾ ਪਰਲੇ ਤੋਂ ਪਰਲਾ ਬੰਨਾ ਵੀ ਨਹੀਂ ਲੱਭਿਆ ਜਾ ਸਕਦਾ।
ਤੂੰ ਆਦ ਪੁਰਖ ਅਪਰੰਪਰ ਕਰਤਾ ਜੀ। ਕਰਤਾ ਦਾ ਅਰਥ ਹੈ ਸਭ ਨੂੰ ਪੈਦਾ ਕਰਨ ਵਾਲਾ, ਸਭ ਨੂੰ ਬਣਾਉਣ ਵਾਲਾ। ਤੁਧ ਜੇ ਵੱਡ ਅਵਰ ਨਾ ਕੋਈ। ਮਾਲਕ ਜੀ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੂੰ ਸਾਰੇ ਜਗਤ ਦਾ ਮੂਲ ਆ, ਅਪਰੰਪਰ ਆ। ਤੇਰਾ ਪਾਲੇ ਤੋਂ ਪਾਲਾ ਬੰਨਾ ਵੀ ਨਹੀਂ ਲੱਭਿਆ ਜਾ ਸਕਦਾ। ਤੂੰ ਬੇਅੰਤ ਹੈ। ਹੇ ਅਕਾਲ ਪੁਰਖ ਜੀ, ਤੁਧ ਜੇ ਵੱਡ ਅਵਰ ਨਾ ਕੋਈ। ਮਾਲਕ ਜੀ ਤੇਰੇ ਬਰਾਬਰ ਦਾ ਸੰਸਾਰ ਅੰਦਰ ਹੋਰ ਕੋਈ ਨਹੀਂ ਹੈ। ਇਸੇ ਵਿਚਾਰ ਨੂੰ ਸਪਸ਼ਟ ਕਰਨ ਵਾਸਤੇ ਸਤਿਗੁਰੂ ਦੀ ਬਾਣੀ ਵਿੱਚ ਅਸੀਂ ਬਚਨ ਪਹਿਲਾਂ ਪੜ੍ਹ ਕੇ ਆਏ ਹਾਂ, ਗੁਣ ਇਹੋ ਹੋਰ ਨਾ ਹੀ ਕੋਏ। ਮਾਲਕ ਜੀ ਤੇਰੇ ਵਿੱਚ ਗੁਣ ਇਹ ਆ ਕਿ ਤੇਰੇ ਵਰਗਾ ਸੰਸਾਰ ਅੰਦਰ ਹੋਰ ਕੋਈ ਨਹੀਂ ਹੈ। ਨਾ ਕੋ ਹੋਆ ਨਾ ਕੋ ਹੋਏ। ਮਾਲਕ ਜੀ ਨਾ ਕੋਈ ਹੋਇਆ ਤੇ ਨਾ ਕੋਈ ਹੋ ਸਕਦਾ ਆ। ਅਕਾਲ ਪੁਰਖ ਵਾਹਿਗੁਰੂ ਜੀ ਤੇਰੇ ਵਰਗਾ ਸਿਰਫ ਤੂੰ ਆਪ ਹੀ ਆ, ਸੰਸਾਰ ਅੰਦਰ ਹੋਰ ਕੋਈ ਨਹੀਂ ਹੈ। ਗੁਰੂ ਪਿਆਰ ਵਾਲਿਓ, ਸਤਿਗੁਰੂ ਦੀ ਪਾਵਨ ਬਾਣੀ ਬਾਰ-ਬਾਰ ਸਾਨੂੰ ਇਸ ਗੱਲ ਤੇ ਜ਼ੋਰ ਦਿੰਦੀ ਆ ਕਿ ਅਕਾਲ ਪੁਰਖ ਹੀ ਸਾਰੇ ਜਗਤ ਦਾ ਮੂਲ ਆ ਤੇ ਅਕਾਲ ਪੁਰਖ ਹੀ ਸਭ ਕੁਝ ਪੈਦਾ ਕਰਨ ਵਾਲਾ, ਬਣਾਉਣ ਵਾਲਾ। ਤੇ ਪਾਤਸ਼ਾਹ ਜੀ ਨੇ ਇਹ ਗੱਲ ਕਲੀਅਰ ਕੀਤੀ, ਕਹਿੰਦੇ ਤੁਧ ਜੇ ਵੱਡ ਅਵਰ ਨਾ ਕੋਈ। ਮਾਲਕ ਜੀ ਤੇਰੇ ਬਰਾਬਰ ਦਾ ਸੰਸਾਰ ਅੰਦਰ ਕੋਈ ਨਹੀਂ ਹੈ। ਪਰ ਫਿਰ ਵੀ ਅਸੀਂ ਉਸ ਮਾਲਕ ਦੇ ਬਰਾਬਰ ਦਾ ਸੰਸਾਰ ਵਿੱਚ ਸਮਝਦੇ ਹਾਂ। ਸਾਡੇ ਮਨ ਵਿੱਚ ਇਹ ਗੱਲਾਂ ਕਲੀਅਰ ਨਹੀਂ ਹੈ, ਅਜੇ ਵੀ ਸਾਡਾ ਭਰੋਸਾ ਨਹੀਂ। ਅਸੀਂ ਫਿਰ ਵੀ ਰੱਬ ਤੋਂ ਬਗੈਰ ਕਿਸੇ ਹੋਰ ਨੂੰ ਰੱਬ ਦੇ ਬਰਾਬਰ ਸਮਝ ਕੇ ਅਸੀਂ ਉਹਦੀ ਪੂਜਾ ਵੀ ਕਰਦੇ ਹਾਂ, ਉਹਦੇ ਅੱਗੇ ਮੱਥੇ ਵੀ ਟੇਕਦੇ ਹਾਂ, ਨੱਕ ਵੀ ਰਗੜਦੇ ਹਾਂ, ਸੁਖਣਾ ਵੀ ਸੁਖਦੇ ਹਾਂ, ਸਿਰਫ ਆਪਣੇ ਸਵਾਰਥ ਨੂੰ, ਆਪਣੇ ਲਾਲਸਾਵਾਂ ਨੂੰ, ਆਪਣੀਆਂ ਵਾਸ਼ਨਾਵਾਂ ਨੂੰ ਪੂਰੀਆਂ ਕਰਨ ਵਾਸਤੇ। ਸਤਿਗੁਰ ਨੇ ਇੱਕ ਵਾਰ ਨਹੀਂ, ਬਾਰ-ਬਾਰ ਸਤਿਗੁਰ ਨੇ ਇਹ ਗੱਲ ਸਾਡੇ ਅੰਦਰ ਦ੍ਰਿੜ ਕਰਵਾਈ ਕਿ ਭਾਈ ਰੱਬ ਇੱਕ ਹੈ, ਪਰਮਾਤਮਾ ਇੱਕ ਹੈ, ਉਹਦੇ ਬਰਾਬਰ ਦਾ ਸੰਸਾਰ ਅੰਦਰ ਕੋਈ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇੱਕ ਓਂਕਾਰ ਸ਼ਬਦ ਜਦੋਂ ਵਰਤ ਲਿਆ ਨਾ, ਸਾਰੀਆਂ ਗੱਲਾਂ ਹੀ ਕਲੀਅਰ ਹੋ ਗਈਆਂ। ਸਤਿਗੁਰ ਨੇ ਗੁਰਬਾਣੀ ਸ਼ੁਰੂ ਕੀਤੀ ਇੱਕ ਤੋਂ ਆ ਕਿ ਭਾਈ ਇੱਕ ਓਂਕਾਰ ਪਰਮਾਤਮਾ ਇੱਕ ਹੈ। ਹੁਣ ਜਿੱਥੇ ਇੱਕ ਆ ਗਿਆ ਤੇ ਗੁਰੂ ਪਿਆਰ ਵਾਲੇ, ਉੱਥੇ ਫਿਰ ਦੂਜੇ ਦੀ ਤਾਂ ਲੋੜ ਹੀ ਨਹੀਂ ਰਹਿ ਗਈ ਜੀਵਨ ਦੇ ਅੰਦਰ। ਤੇ ਪਾਤਸ਼ਾਹ ਜੀ ਦੀ ਬਾਣੀ ਅੰਦਰ ਹੋਰ ਅਸੀਂ ਬਚਨ ਪੜ੍ਹ ਲਈਏ। ਪਾਤਸ਼ਾਹ ਜੀ ਕਹਿੰਦੇ ਨੇ, ਤੁਧ ਬਿਨ ਦੂਜਾ ਨਾਹੀ ਕੋਏ। ਹੇ ਮਾਲਕ ਵਾਹਿਗੁਰੂ ਜੀ, ਕਹਿੰਦੇ ਤੇਰੇ ਤੋਂ ਬਿਨਾ ਹੋਰ ਕੋਈ ਦੂਜਾ ਕੁਝ ਵੀ ਕਰ ਸਕਣ ਵਾਲਾ ਨਹੀਂ ਹੈ। ਤੇਰੇ ਤੋਂ ਬਿਨਾ ਹੋਰ ਕੋਈ ਦੂਜਾ ਕੁਝ ਵੀ ਨਹੀਂ ਕਰ ਸਕਦਾ। ਤੂੰ ਕਰਤਾਰ ਕਰੈ ਸੋ ਹੋਏ। ਤੂੰ ਸਾਰੇ ਜਗਤ ਨੂੰ ਪਰ ਮਾਲਕ ਜੀ ਪੈਦਾ ਕਰਨ ਵਾਲਾ। ਜੋ ਕੁਝ ਤੂੰ ਕਰਦਾ ਨਾ, ਪਾਤਸ਼ਾਹ ਜੀ ਕਹਿੰਦੇ ਨੇ ਉਹੀ ਕੁਝ ਹੁੰਦਾ ਆ। ਤੇਰਾ ਜ਼ੋਰ, ਕਹਿੰਦੇ ਅਸਾਂ ਜੀਵਾਂ ਨੂੰ ਤੇਰਾ ਹੀ ਤਾਣ ਹੈ, ਤੇਰਾ ਹੀ ਬਲ ਹੈ। ਗੁਰੂ ਪਿਆਰ ਵਾਲਿਓ, ਸਾਡੇ ਜੀਵਾਂ ਅੰਦਰ ਜਿਹੜਾ ਬਲ ਹੈ, ਤਾਕਤ ਹੈ, ਇਹ ਕਿਹਨੇ ਦਿੱਤੀ? ਕਿਸੇ ਮਨੁੱਖ ਨੇ ਨਹੀਂ ਦਿੱਤੀ। ਤੇ ਗੁਰੂ ਪਿਆਰ ਵਾਲਿਓ, ਜੇਕਰ ਜੀਵਨ ਦੇ ਅੰਦਰ ਤਾਕਤ ਆ ਰਹੀ ਆ ਤੇ ਅਕਾਲ ਪੁਰਖ ਦੀਆਂ ਜਿਹੜੀਆਂ ਪੈਦਾ ਕੀਤੀਆਂ ਹੋਈਆਂ ਦਾਤਾਂ ਨੇ, ਇਹ ਕੁਦਰਤ ਨੇ, ਇਹਨਾਂ ਕੁਦਰਤ ਵਿੱਚੋਂ ਹੀ ਅਸੀਂ ਜਿਹੜਾ ਸਭ ਕੁਝ ਪ੍ਰਾਪਤ ਕਰਦੇ ਹਾਂ। ਸਰੀਰ ਨੂੰ ਤਾਕਤ ਦਿੰਦੇ ਹਾਂ। ਧਰਤੀ ਕਿਹਨੇ ਪੈਦਾ ਕੀਤੀ? ਜਿੱਥੇ ਅਸੀਂ ਅਨਾਜ ਪੈਦਾ ਕਰਦੇ ਹਾਂ, ਬੀਜਦੇ ਹਾਂ, ਅਨਾਜ ਘਰ ਵਿੱਚ ਲੈ ਕੇ ਆਉਂਦੇ ਹਾਂ। ਇਹ ਧਰਤੀ ਉਸ ਮਾਲਕ ਨੇ ਪੈਦਾ ਕੀਤੀ ਆ ਜਿਸ ਉੱਤੇ ਅਸੀਂ ਦਰਖਤ, ਫਲ ਫਰੂਟ ਵਗੈਰਾ ਬੀਜਦੇ ਹਾਂ। ਇਹ ਧਰਤੀ ਕਿਸੇ ਮਨੁੱਖ ਨੇ ਥੋੜ੍ਹੋ ਬਣਾਈ ਆ। ਤੇ ਗੁਰੂ ਪਿਆਰ ਵਾਲਿਓ, ਮਾਲਕ ਜੀ ਨੇ ਸਾਨੂੰ ਰਿਜ਼ਕ ਦਿੱਤਾ। ਮਾਲਕ ਜੀ ਨੇ ਸਾਨੂੰ ਉਹ ਜਿਹੜੀਆਂ ਦਾਤਾਂ ਬਖਸ਼ਿਸ਼ ਕੀਤੀਆਂ ਜਿਨ੍ਹਾਂ ਦੁਆਰਾ ਅਸੀਂ ਆਪਣੇ ਜੀਵਨ ਨੂੰ ਪਾਲ ਸਕਦੇ ਹਾਂ। ਸਾਡੇ ਅੰਦਰ ਜਿਹੜੀ ਤਾਕਤ ਹੈ ਉਹ ਅਕਾਲ ਪੁਰਖ ਵਾਹਿਗੁਰੂ ਦੀ ਹੈ। ਤੇਰਾ ਜ਼ੋਰ ਤੇਰੀ ਮਨ ਟੇਕ। ਹੈ ਅਕਾਲ ਪੁਰਖ ਵਾਹਿਗੁਰੂ, ਸਾਡੇ ਮਨ ਵਿੱਚ ਤੇਰਾ ਹੀ ਸਹਾਰਾ ਹੈ। ਉਸ ਮਾਲਕ ਵਾਹਿਗੁਰੂ ਦਾ ਸਹਾਰਾ ਹੀ ਜੇਕਰ ਸਾਡੇ ਜੀਵਨ 'ਚ ਹੋਵੇਗਾ, ਫਿਰ ਗੁਰੂ ਪਿਆਰ ਵਾਲਿਓ, ਸੰਸਾਰ ਵਿੱਚ ਸਾਨੂੰ ਆਸਰਿਆਂ ਦੀ ਲੋੜ ਨਹੀਂ ਪਵੇਗੀ। ਫਿਰ ਸਾਨੂੰ ਝੂਠ ਦੇ ਆਸਰੇ ਦੀ ਲੋੜ ਨਹੀਂ ਪਵੇਗੀ। ਵਹਿਮਾਂ ਭਰਮਾਂ ਕਰਮ ਕਾਂਡਾਂ ਦੇ ਆਸਰਿਆਂ ਦੀ ਲੋੜ ਨਹੀਂ ਪਵੇਗੀ, ਜੇਕਰ ਸਾਡੇ ਜੀਵਨ ਦੇ ਅੰਦਰ ਉਸ ਮਾਲਕ ਵਾਹਿਗੁਰੂ ਦਾ ਸਹਾਰਾ ਹੈ। ਸਦਾ ਸਦਾ ਜਪ ਨਾਨਕ ਏਕ। ਕਹਿੰਦੇ ਭਲਿਆ ਇਸ ਕਰਕੇ ਸਦਾ ਹੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦਾ ਰਿਹਾ ਕਰ, ਕਿਉਂਕਿ ਉਹ ਆਦਿ ਪੁਰਖ ਅਪਰੰਪਰ ਕਰਤਾ ਜੀ ਆ। ਕਿਉਂਕਿ ਤੁਧ ਜੇ ਵੱਡ ਅਵਰ ਨਾ ਕੋਈ, ਕਿਉਂਕਿ ਉਹਦੇ ਵਰਗਾ ਸੰਸਾਰ ਵਿੱਚ ਹੋਰ ਕੋਈ ਨਹੀਂ ਹੈ। ਸਭ ਉਪਰ, ਪਾਤਸ਼ਾਹ ਜੀ ਕਹਿੰਦੇ ਨੇ, ਪਾਰ ਬ੍ਰਹਮ ਦਾ ਤਾਰ, ਕਹਿੰਦੇ ਸਾਰਿਆਂ ਉੱਤੇ।
पार ब्रह्म दातार प्रभु अकाल पुरख वाहिगुरु जिहड़ा ना दातां देण वाला, जीवां नूं दातां देण वाला, कहंदे सारियां जीवां दे सिर ते राखा ਉਹ ਆ ਤੇ जिन्हां उत्ते राखा ਉਹ मालिक वाहिगुरु होवे। जिसके सिर ऊपर तू स्वामी सो दुख कैसा पावे। मालिक जी कहंदे हे अकाल पुरख वाहिगुरु ਜਿਹਦੇ ਸਿਰ ਉੱਤੇ ਤੂੰ ਆ ਰੱਖਿਆ ਕਰਨ ਵਾਲਾ ਹੋਵੇ ਉਹ ਜੀਵਨ 'ਚ ਦੁੱਖ ਕਿਵੇਂ ਪ੍ਰਾਪਤ ਕਰ ਲਵੇਗਾ। ਸਿਰ ਦੇ ਉੱਪਰ ਸੁਆਮੀ ਦਾ ਅਰਥ ਕੀ ਆ, ਭਾਵ ਕਿ ਜਿਹਨੇ ਆਪਣੀ ਮੱਤ ਵਿੱਚ ਉਸ ਸੁਆਮੀ ਦੀ ਮੱਤ ਨੂੰ ਵਸਾ ਲਿਆ, ਜਿਹਨੇ ਆਪਣੀ ਮੱਤ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਲੈ ਆਂਦਾ, ਉਹ ਜੀਵਨ 'ਚ ਕਦੇ ਵੀ ਦੁੱਖ ਪ੍ਰਾਪਤ ਨਹੀਂ ਕਰ ਸਕਦਾ। ਦੁੱਖ ਪ੍ਰਾਪਤ ਕਰਨ ਦਾ ਅਰਥ ਕੀ ਆ, ਦੁੱਖ ਤਾਂ ਉਹਦੇ ਜੀਵਨ ਵਿੱਚ ਵੀ ਆਉਣਗੇ ਪਰ ਉਹ ਦੁੱਖਾਂ ਨੂੰ ਦੁੱਖ ਨਹੀਂ ਸਮਝਦਾ, ਉਹ ਦੁੱਖਾਂ ਤੋਂ ਘਬਰਾਉਂਦਾ ਨਹੀਂ, ਡੋਲਦਾ ਨਹੀਂ, ਜੀਵਨ ਛਿੜਕਦਾ ਨਹੀਂ। ਪਾਤਸ਼ਾਹ ਜੀ ਕਹਿੰਦੇ ਨੇ ਤੇਰੀ ਟੇਕ ਤੇਰਾ ਆਧਾਰ, हे ਮਾਲਕ ਅਸਾਂ ਜੀਵਾਂ ਨੂੰ ਤੇਰਾ ਹੀ ਸਹਾਰਾ ਹੈ, ਤੇਰਾ ਹੀ ਆਸਰਾ ਹੈ ਤੂੰ ਹੈ ਤੂੰ ਹੋਵਨਹਾਰ। ਮਾਲਕ ਜੀ ਹਰੇਕ ਜਗ੍ਹਾ ਤੂੰ ਆ, ਹਰੇਕ ਜਗ੍ਹਾ ਤੇਰਾ ਬੋਲ ਬਾਲਾ ਆ, ਤੂੰ ਹੀ ਸਦਾ ਕਾਇਮ ਰਹਿਣ ਵਾਲਾ ਆ, ਅਗੰਮ ਅਗਾਧ ਊਚ ਉਪਾਰ। ਪਾਤਸ਼ਾਹ ਜੀ ਤੂੰ ਅਥਾਹ ਆ, ਅਗੰਮ ਹੈ, ਤੂੰ ਬੇਅੰਤ ਹੈ, ਜੋ ਤੁਧ ਸੇਵੈ ਤਿਨ ਭਉ ਦੁਖ ਨਾਹੇ। हे ਅਕਾਲ ਪੁਰਖ ਜਿਹੜੇ ਤੈਨੂੰ ਧਿਆਉਂਦੇ ਨੇ, ਮਾਲਕ ਜੀ ਕਹਿੰਦੇ ਉਹਨਾਂ ਨੂੰ ਜੀਵਨ ਦੇ ਵਿੱਚ ਕੋਈ ਵੀ ਡਰ ਦੁੱਖ ਜਿਹੜਾ ਪੋਹ ਨਹੀਂ ਸਕਦਾ, ਉਹਨਾਂ ਨੂੰ ਟੱਚ ਨਹੀਂ ਕਰ ਸਕਦਾ। ਪੋਹ ਦਾ ਅਰਥ ਕੀ ਹੈ, ਸਪਰਸ਼, ਉਹਨਾਂ ਨੂੰ ਫੜ ਨਹੀਂ ਸਕਦਾ। ਮਾਲਕ ਜੀ ਕਹਿੰਦੇ ਨੇ ਜਿਹੜੇ ਤੈਨੂੰ ਧਿਆਉਂਦੇ ਨੇ ਉਹ ਜੀਵਨ 'ਚੋਂ ਡਰ ਖਤਮ ਕਰ ਦਿੰਦੇ ਨੇ, ਦੁਨੀਆ ਵਾਲਾ ਡਰ ਉਹਨਾਂ ਦੇ ਜੀਵਨ ਦੇ ਅੰਦਰ ਫਿਰ ਵਿਕਾਰਾਂ ਦਾ ਬੁਰਾਈਆਂ ਦਾ ਡਰ ਨਹੀਂ ਰਹਿੰਦਾ। ਫਿਰ ਉਹਨਾਂ ਦੇ ਜੀਵਨ ਦੇ ਅੰਦਰ ਜਿਹੜੇ ਲੋਕ ਜ਼ੁਲਮ ਕਰਦੇ ਆ ਉਹਨਾਂ ਦਾ ਡਰ ਨਹੀਂ ਰਹਿੰਦੇ। ਫਿਰ ਅਸਲ ਵਿੱਚ ਜ਼ੁਲਮ ਕਰਨ ਵਾਲੇ ਲੋਕ ਹੀ ਉਹਨਾਂ ਮਨੁੱਖਾਂ ਤੋਂ ਡਰਦੇ ਆ ਜਿਹੜੇ ਰੱਬ ਤੋਂ ਡਰਦੇ ਨੇ, ਜਿਨ੍ਹਾਂ ਦੇ ਅੰਦਰ ਰੱਬ ਦਾ ਡਰ ਆ, ਰੱਬ ਦਾ ਭੈ ਆ। ਪਾਤਸ਼ਾਹ ਕਹਿੰਦੇ ਨੇ ਗੁਰ ਪ੍ਰਸਾਦ ਨਾਨਕ ਗੁਣ ਗਾਏ, ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਮਨੁੱਖ ਜਿਹੜਾ ਪਰਮਾਤਮਾ ਦੇ ਗੁਣ ਗਾ ਸਕਦਾ ਆ। ਜਿਹੜਾ ਉਸ ਮਾਲਕ ਵਾਹਿਗੁਰੂ ਦੇ ਗੁਣ ਗਾਵੇਗਾ, ਪਾਤਸ਼ਾਹ ਜੀ ਕਹਿੰਦੇ ਨੇ ਜੋ ਦਿਸੈ ਸੋ ਤੇਰਾ ਰੂਪ। ਫਿਰ ਕਹਿੰਦੇ ਜਗਤ ਵਿੱਚ ਜੋ ਕੁਝ ਵੀ ਨਜ਼ਰ ਆਵੇਗਾ ਮਾਲਕ ਜੀ ਤੇਰਾ ਹੀ ਸਰੂਪ ਨਜ਼ਰ ਆਵੇਗਾ। ਹੁਣ ਜੇਕਰ ਅਸੀਂ ਉਹਦੇ ਗੁਣ ਗਾਵਾਂਗੇ, ਸਾਨੂੰ ਆਪਣੇ ਪਰਿਵਾਰ ਵਿੱਚ, ਸਾਨੂੰ ਆਪਣੇ ਦੋਸਤਾਂ ਮਿੱਤਰਾਂ ਵਿੱਚ, ਸਾਰਿਆਂ ਵਿੱਚ ਉਸ ਰੱਬ ਦਾ ਹੀ ਰੂਪ ਨਜ਼ਰ ਆਵੇਗਾ। ਜਦੋਂ ਅਸੀਂ ਉਸ ਮਾਲਕ ਪਰਮੇਸ਼ਰ ਦੇ ਗੁਣਾਂ ਨੂੰ ਜੀਵਨ ਵਿੱਚ ਗਾਵਾਂਗੇ, ਜਿਹੜਾ ਆਦਿ ਪੁਰਖ ਆ, ਜਿਹੜਾ ਅਪਰੰਪਰ ਹੈ, ਜਿਹੜਾ ਕਰਤਾ ਹੈ, ਜਿਸ ਦੇ ਬਰਾਬਰ ਦਾ ਕੋਈ ਨਹੀਂ ਹੈ, ਉਸ ਦੇ ਗੁਣ ਗਾਵਾਂਗੇ। ਗੁਣ ਕਿਸੇ ਮਨੁੱਖ ਦੇ ਗੁਣ ਵਾਸਤੇ ਨਹੀਂ ਆਖਿਆ। ਜਿਵੇਂ ਅੱਜ ਮਨੁੱਖ ਬੰਦਿਆਂ ਦੇ ਗੁਣ ਗਾਈ ਜਾਂਦਾ ਆ, ਬੰਦਿਆਂ ਦੀ ਚਾਪਲੂਸੀ ਕਰਦਾ, ਬੰਦਿਆਂ ਦੀ ਵਡਿਆਈ ਕਰੀ ਜਾ ਰਿਹਾ ਆ। ਭਲਿਆ ਜ਼ਿਕਰ ਗੁਣ ਗਾਉਣੇ ਉਸ ਮਾਲਕ ਦੇ ਘਰ ਜਿਹਨੇ ਇਹਨਾਂ ਜੀਵਾਂ ਨੂੰ, ਇਹਨਾਂ ਮਨੁੱਖਾਂ ਨੂੰ ਪੈਦਾ ਕੀਤਾ ਆ। ਪਾਤਸ਼ਾਹ ਜੀ ਕਹਿੰਦੇ ਨੇ ਗੁਣ ਨਿਧਾਨ ਗੋਬਿੰਦ ਅਨੂਪ, ਕਹਿੰਦੇ ਗੁਣਾਂ ਦੇ ਖਜ਼ਾਨੇ, हे ਗੁਣਾਂ ਦੇ ਖਜ਼ਾਨੇ, हे ਗੋਬਿੰਦ, हे ਸੋਹਣੇ ਗੋਬਿੰਦ, ਇਹ ਜਗਤ ਜਿਹੜਾ ਤੇਰਾ ਹੀ ਰੂਪ ਆ। ਇਹ ਜਗਤ ਜਿਹੜੀ ਆ, ਜਗਤ ਦੇ ਵਿੱਚ ਤੇਰੀ ਜੋਤੀ ਜਗ ਰਹੀ ਆ, ਚੱਲ ਰਹੀ ਆ। ਸਿਮਰ 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 ਜਨ ਸੋਏ। ਤੇ ਮਾਲਕ ਜੀ ਕਹਿੰਦੇ ਭਲਿਆ ਸਦਾ ਹੀ ਉਸ ਮਾਲਕ ਦਾ ਸਿਮਰਨ ਕਰ, ਸਦਾ ਉਸ ਮਾਲਕ ਦੀ ਬੰਦਗੀ ਕਰ, ਉਸ ਮਾਲਕ ਨੂੰ ਧਿਆ ਜਿਹੜਾ ਅਕਾਲ ਪੁਰਖ ਵਾਹਿਗੁਰੂ ਸਦਾ ਰਹਿਣ ਵਾਲਾ ਆ। ਪਾਤਸ਼ਾਹ ਜੀ ਬਚਨ ਕਰਦੇ ਨੇ ਏਕ ਸਬਿਨ ਹੋਰ ਦੂਜਾ ਨਾਹੀ, ਬਾਬਾ ਨਾਨਕ ਇਹ ਮਤ ਸਾਰੀ ਜੀਓ। ਪਾਤਸ਼ਾਹ ਜੀ ਕਹਿੰਦੇ ਨੇ हे ਭਾਈ, ਇੱਕ ਪਰਮਾਤਮਾ ਤੋਂ ਬਿਨਾ ਉਸ ਵਰਗਾ ਹੋਰ ਕੋਈ ਨਹੀਂ ਹੈ। ਕਹਿੰਦੇ ਇਹ ਸਭ ਸ੍ਰਿਸ਼ਟੀ, ਇਹ ਸਭ ਤੋਂ ਸ੍ਰਿਸ਼ਟ, ਕਹਿੰਦੇ ਸੂਝ ਆ, ਸਮਝ ਆ। ਕਹਿੰਦੇ ਸਭ ਤੋਂ ਵੱਡੀ ਸਮਝ ਆ, ਮਤ ਹੈ ਕਿ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਵੱਡਾ ਹੋਰ ਕੋਈ ਨਹੀਂ ਹੈ। ਜਿਹਨੂੰ ਇਸ ਗੱਲ ਦੀ ਸਮਝ ਲੱਗ ਗਈ, ਸਮਝ ਲਓ ਨਹੀਂ ਸਭ ਤੋਂ ਵੱਡੀ ਜਿਹੜੀ ਮਤ, ਉੱਚੀ ਸਮਝ ਪ੍ਰਾਪਤ ਕਰ ਲਈ, ਜਿਹਨੂੰ ਇਹ ਗੱਲ ਦੀ ਸਮਝ ਆ ਗਈ। ਹੁਣ ਜਿਹਨੂੰ ਇਹ ਪਤਾ ਲੱਗ ਗਿਆ ਕਿ ਭਾਈ ਮੇਰੇ ਦੁੱਖਾਂ ਦਾ, ਮੇਰੇ ਸੁੱਖਾਂ ਦਾ, ਮੇਰੇ ਜੀਵਨ ਦੇ ਅੰਦਰ ਸਭ ਕੁਝ ਉਹ ਮਾਲਕ ਹੀ ਕਰਨ ਵਾਲਾ ਪਰਮੇਸ਼ਰ ਹੀ ਹੈ, ਅਕਾਲ ਪੁਰਖ ਹੈ, ਅੱਲਾ ਹੈ, ਰਾਮ ਹੈ, ਤੇ ਗੁਰੂ ਪਿਆਰ ਵਾਲਿਓ ਉਹ ਫਿਰ ਹੋਰ ਪਾਸੇ ਥੋੜ੍ਹਾ ਜਾਵੇਗਾ। ਜਿਹਨੂੰ ਭਰੋਸਾ ਇੱਕ ਤੇ ਵੱਜ ਗਿਆ, ਹੋਰ ਪਾਸੇ ਉਹੀ ਜਾਂਦਾ ਆ ਜਿਹਦਾ ਭਰੋਸਾ ਇੱਕ ਤੇ ਨਹੀਂ ਹੈ। ਉਹ ਜਿਹੜਾ ਗੁਰੂ ਸਾਹਿਬ ਦੇ ਅੱਗੇ ਵੀ ਨਮਸਕਾਰ ਕਰੀ ਜਾਂਦਾ, ਉਹ ਮੜੀਆਂ ਕਬਰਾਂ 'ਤੇ ਵੀ ਜਾਈ ਜਾਂਦਾ, ਉਹ ਬਾਬਿਆਂ ਦੀਆਂ ਚੌਂਕੀਆਂ ਵੀ ਭਰੀ ਜਾਂਦਾ ਆ,
ਉਹ ਜਿਹੜਾ ਦਰਖਤਾਂ ਨੂੰ ਤੇਲ ਵੀ ਦੇਈ ਜਾਂਦਾ ਆ, ਉਹ ਜਿਹੜਾ ਜੋਤਸ਼ੀਆਂ ਕੋਲ ਵੀ ਤੁਰਿਆ ਫਿਰਦਾ ਆ, ਉਹ ਪਖੰਡ ਕਰਨ ਵਾਲਿਆਂ ਲੋਕਾਂ ਕੋਲ ਵੀ ਤੁਰਿਆ ਫਿਰਦਾ ਆ। ਤੇ ਉਹ ਜਿਹੜਾ ਗੁਰੂ ਪਿਆਰ ਵਾਲਿਓ ਇਹੋ ਜਿਹੇ ਜਿਹੜੇ ਕਬਰਾਂ 'ਤੇ ਤੇਲ ਵੀ ਪਾਈ ਜਾ ਰਿਹਾ ਆ, ਕਿਉਂਕਿ ਉਹਨੂੰ ਇੱਕ ਤੇ ਭਰੋਸਾ ਨਹੀਂ। ਉਹਦੇ ਮਨ ਵਿੱਚ ਕੀ ਆ ਕਿ ਭਾਈ ਮੈਂ ਇੱਥੇ ਵੀ ਅਰਦਾਸ ਕਰ ਦੇਵਾਂ, ਇੱਥੇ ਵੀ ਕਰ ਦੇਵਾਂ, ਇੱਥੇ ਵੀ ਕਰ ਦੇਵਾਂ, ਇੱਥੇ ਵੀ ਕਰ ਦੇਵਾਂ, ਕੀ ਪਤਾ ਕਿਹੜੀ ਜਗ੍ਹਾ 'ਤੇ ਸਾਡੀ ਅਰਦਾਸ ਪ੍ਰਵਾਨ ਹੋ ਜਾਵੇ। ਇਹੀ ਹੁੰਦਾ ਮਨ ਵਿੱਚ ਕਿ ਭਾਈ ਮੈਂ ਸਾਰੇ ਕੰਮ ਕਰ ਲਵਾਂ, ਇੱਕ ਨਾ ਇੱਕ ਤੁੱਕਾ ਤਾਂ ਕਿਤੇ ਚੱਲੇਗਾ ਨਾ, ਇੱਕ ਨਾ ਇੱਕ ਪਾਸੇ ਕਿਤੇ ਗੱਲ ਬਣੇਗੀ ਨਾ। ਤੇ ਗੁਰੂ ਪਿਆਰ ਵਾਲਿਓ ਹੁਣ ਜਦੋਂ ਗੱਲ ਨਾ ਬਣੇ ਇਹਦਾ ਮਤਲਬ ਫਿਰ ਸਾਰੇ ਪਾਸੇ ਹੀ ਫਿਰ ਮਨੁੱਖ ਦਾ ਇਹ ਹੁੰਦਾ ਕਿ ਭਾਈ ਇੱਧਰ ਵੀ ਨਹੀਂ ਕੰਮ ਬਣਿਆ, ਨਾ ਇਸ ਬਾਬੇ ਨੇ ਕੁਝ ਸਵਾਰਿਆ, ਨਾ ਉਹਨੇ ਸਵਾਰਿਆ, ਨਾ ਉਹਨੇ ਸਵਾਰਿਆ। ਭਾਵ ਕਿ ਜੀਵਨ ਦੇ ਅੰਦਰ ਜਿਵੇਂ ਉਹਨਾਂ ਦੀ ਹਾਲਤ ਪਤਾ ਕਿਹੋ ਜਿਹੀ ਹੁੰਦੀ ਆ, ਜਿਹੜੇ ਇੱਕ ਨੂੰ ਛੱਡ ਕੇ ਥਾਂ ਥਾਂ 'ਤੇ ਭਟਕਦੇ ਆ। ਜਿਵੇਂ ਅਸੀਂ ਕਹਿੰਦੇ ਹਾਂ ਕਿ ਭਾਈ ਬਹੁਤਿਆਂ ਘਰਾਂ ਦਾ ਪ੍ਰਾਹੁਣਾ ਜਿਹੜਾ ਭੁੱਖਾ ਹੀ ਰਹਿ ਜਾਂਦਾ ਆ। ਹੁਣ ਜਿਹੜਾ ਬਹੁਤਿਆਂ ਘਰਾਂ ਦਾ ਪ੍ਰਾਹੁਣਾ ਹੋਵੇ ਨਾ, ਉਹਨੂੰ ਹੁੰਦਾ ਕਿ ਭਾਈ ਚਲੋ ਮੈਂ ਅਗਲੇ ਘਰ ਰੋਟੀ ਖਾ ਲਵਾਂਗਾ, ਫਿਰ ਮਨ ਚਾਹੁੰਦਾ ਭਾਈ ਚਲੋ ਮੈਂ ਉੱਥੋਂ ਖਾ ਲਵਾਂਗਾ, ਪਰ ਉਹ ਨਹੀਂ ਪਤਾ ਕਿ ਮੈਂ ਆਪਣੇ ਘਰ ਵਿੱਚੋਂ ਖਾ ਕੇ ਜਾਵਾਂ, ਜਿੱਥੇ ਮੈਂ ਰਹਿਣਾ ਉੱਥੇ ਖਾ ਕੇ ਜਾਵਾਂ, ਅੱਗੇ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ। ਤੇ ਕਈ ਵਾਰੀ ਬੰਦਾ ਭੁੱਖਾ ਹੀ ਮਰ ਜਾਂਦਾ। ਇਸੇ ਤਰ੍ਹਾਂ ਹਾਲਤ ਉਹਨਾਂ ਲੋਕਾਂ ਦੀ ਆ ਜਿਹੜੇ ਗੁਰੂ ਸਾਹਿਬ ਨੂੰ ਛੱਡ ਕੇ, ਜਿਹੜੇ ਅਕਾਲ ਪੁਰਖ ਨੂੰ ਛੱਡ ਕੇ ਕੋਈ ਕਬਰਾਂ ਮੜੀਆਂ ਕਬਰਾਂ, ਕੋਈ ਦੇਹ ਧਾਰੀਆਂ, ਕੋਈ ਪਖੰਡੀਆਂ, ਕੋਈ ਜੋਤਸ਼ੀਆਂ ਦੇ, ਕੋਈ ਵਹਿਮਾਂ ਭਰਮਾਂ ਪਖੰਡਾਂ ਵਿੱਚ ਤੁਰੇ ਫਿਰਦੇ ਨਾ। ਉਹਨਾਂ ਦੀ ਹਾਲਤ ਬਹੁਤਿਆਂ ਘਰਾਂ ਦਾ ਪ੍ਰਾਹੁਣਾ ਭੁੱਖਾ ਇਹੋ ਜਿਹੀ ਬਣ ਜਾਂਦੀ ਆ, ਤੇ ਉਹ ਸਾਰੀ ਉਮਰ ਭੁੱਖਾ ਹੀ ਰਹਿੰਦੇ ਆ, ਕਦੀ ਰੱਜ ਨਹੀਂ ਪਾਉਂਦੇ। ਮਾਲਕ ਜੀ ਕਹਿੰਦੇ ਨੇ ਇੱਕ ਸਵੈਣ ਹੋਰ ਦੂਜਾ ਨਾਹੀ, ਬਾਬਾ ਨਾਨਕ ਇਹ ਮਤ ਸਾਰੀ ਜੀਓ, ਹਰ ਇੱਕੋ ਦਾਤਾ ਵਰਤਦਾ। ਕਿੰਨੇ ਦਾਤੇ ਵਰਤਨੇ ਸੰਸਾਰ ਵਿੱਚ, ਕਿੰਨੇ ਵਰਤਦੇ ਨੇ? ਕਹਿੰਦੇ ਹਰ ਇੱਕੋ ਦਾਤਾ ਵਰਤਦਾ। ਗੁਰੂ ਪਿਆਰ ਵਾਲਿਓ ਇਹ ਜਿਹੜੀਆਂ ਪੰਕਤੀਆਂ ਨਾ, ਇਹ ਜਿਹੜੇ ਸ਼ਬਦ ਨਾ, ਜਦੋਂ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੁੰਦੇ ਨਾ, ਉਸ ਵੇਲੇ ਇਹ ਪੜ੍ਹੇ ਜਾਂਦੇ ਆ। ਉਸ ਵੇਲੇ ਵੀ ਇਹ ਗੁਰੂ ਦੀ ਬਾਣੀ ਪੜ੍ਹੀ ਜਾਂਦੀ ਆ, ਸੁਣੀ ਜਾਂਦੀ ਆ। ਪਰ ਗੁਰੂ ਪਿਆਰ ਵਾਲਿਓ ਉਸ ਵੇਲੇ ਤਾਂ ਫਿਰ ਭਾਈ ਸਾਹਿਬ ਇਕੱਲੇ ਹੀ ਪੜ੍ਹਦੇ ਹੁੰਦੇ, ਤਾਂ ਸੁਣਨ ਵਾਲਾ ਕੋਈ ਨਹੀਂ ਹੁੰਦਾ। 3 ਦਿਨ ਲਗਾਤਾਰ ਅਖੰਡ ਪਾਠ ਸਾਹਿਬ ਦੇ ਜਾਪ ਹੁੰਦੇ ਆ, ਤੇ ਜਦੋਂ ਅਖੰਡ ਪਾਠ ਸਾਹਿਬ ਦੇ ਜਾਪ ਚੱਲਦੇ ਆ ਤੇ ਸਪੀਕਰ ਲਾਇਆ ਹੁੰਦਾ ਤੇ ਪਿੰਡ ਵਾਲਿਆਂ ਨੂੰ ਸੁਣਾਇਆ ਜਾਂਦਾ, ਤੇ ਘਰ ਵਾਲਾ ਕੋਈ ਸੁਣਨ ਲਈ ਤਿਆਰ ਨਹੀਂ ਹੁੰਦਾ। ਹੁਣ 3 ਦਿਨਾਂ ਵਿੱਚ ਇੰਨੀ ਸ਼ੋਪਿੰਗ ਕੀਤੀ ਜਾਂਦੀ, ਇੰਨੇ ਕੰਮ ਕਾਰ ਕੀਤੇ ਜਾਂਦੇ ਜਿੰਨੇ ਹੋਰ ਦਿਨ ਨਹੀਂ ਕੀਤੇ ਜਾਂਦੇ ਆ। ਉੱਥੇ ਭਾਈ ਸਾਹਿਬ ਇਕੱਲੇ ਪੜ੍ਹੀ ਜਾ ਰਹੇ ਆ। ਤੇ ਗੁਰੂ ਪਿਆਰ ਵਾਲਿਓ ਫਾਇਦਾ ਤਾਂ ਫਿਰ ਭਾਈ ਸਾਹਿਬ ਨੂੰ, ਪੜ੍ਹਨ ਵਾਲੇ ਨੂੰ ਆ। ਫਾਇਦਾ ਤਾਂ ਉਹਨੂੰ ਹੋਣਾ ਜਿਹਨੇ ਗੁਰਬਾਣੀ ਨੂੰ ਸੁਣਿਆ, ਜਿਹਨੇ ਗੁਰਬਾਣੀ ਨੂੰ ਪੜ੍ਹਿਆ। ਤੇ ਜਿਨ੍ਹਾਂ ਨੇ ਗੁਰਬਾਣੀ ਨੂੰ ਸੁਣਿਆ ਹੀ ਨਹੀਂ, ਕੰਨ 'ਚ ਅੱਖਰ ਨਹੀਂ ਪਾਇਆ, ਤੇ ਉਹਨਾਂ ਨੂੰ ਫਾਇਦਾ ਕੀ ਹੋਣਾ? ਉਹਨਾਂ ਦੇ ਭਾ ਨੂੰ ਤਾਂ ਅਖੰਡ ਪਾਠ ਸਾਹਿਬ ਕਰਾਏ ਚਾਹੇ ਨਾ ਕਰਾਏ ਇੱਕੋ ਬਰਾਬਰ ਆ। ਪਰ ਚਾਹੀਦਾ ਸੀ ਕਿ ਤੂੰ ਆਪਣੇ ਘਰ ਵਿੱਚ, ਜੇ ਤੂੰ ਆਪਣੇ ਘਰ ਵਿੱਚ ਬੈਠ ਕੇ ਆਪ ਸਹਿਜ ਪਾਠ ਕਰਦਾ, ਸ਼੍ਰੀ ਅਖੰਡ ਪਾਠ ਸਾਹਿਬ ਵੀ ਕਰਾਓ, ਪਰ ਬਹਿ ਕੇ ਸੁਣੋ ਤਾਂ ਸੋਈ ਕਿ ਭਾਈ ਕਿਵੇਂ, ਕੀ ਸਤਿਗੁਰ ਦੀ ਬਾਣੀ ਕਹਿੰਦੀ ਆ। ਤੇ ਅਸਲ ਵਿੱਚ ਜਿਹੜਾ ਸਿਰਫ ਦੂਜੇ ਨੂੰ ਸੁਣਾਉਣ ਵਾਸਤੇ ਹੀ ਜਿਹੜਾ ਤੂੰ ਆਪਣੇ ਘਰ ਵਿੱਚ ਗੁਰੂ ਦੀ ਬਾਣੀ ਦਾ ਪ੍ਰਕਾਸ਼ ਕਰਦਾ, ਤੂੰ ਗੁਰਬਾਣੀ ਪੜ੍ਹਨੀ ਸੀ ਆਪਣੇ ਜੀਵਨ ਨੂੰ ਸਵਾਰਨ ਵਾਸਤੇ। ਆਪਣੇ ਘਰ ਦੇ ਵਿੱਚ ਗੁਰਬਾਣੀ ਦਾ ਪ੍ਰਕਾਸ਼ ਕਰਨਾ ਸੀ ਆਪਣੇ ਬੱਚਿਆਂ ਨੂੰ ਸਵਾਰਨ ਵਾਸਤੇ। ਜਦੋਂ ਤੂੰ ਆਪਣਾ ਜੀਵਨ ਸਵਾਰ ਲਿਆ ਤੇ ਫਿਰ ਦੂਜੇ ਦਾ ਜੀਵਨ ਆਪਣੇ ਆਪ ਹੀ ਸਵਰ ਜਾਣਾ ਸੀ। ਤੇਰੇ ਜੀਵਨ ਵੱਲ ਵੇਖਣਾ ਸੀ, ਤੈਨੂੰ ਪੁੱਛਣਾ ਸੀ ਭਾਈ ਤੇਰਾ ਜੀਵਨ ਕਿਹੋ ਜਿਹਾ ਬਣ ਗਿਆ? ਤੂੰ ਤਾਂ ਬੜੇ ਨਸ਼ੇ ਕਰਦਾ ਸੀ, ਤੂੰ ਬੜੇ ਗਲਤ ਕੰਮਾਂ ਵਿੱਚ ਪਿਆ ਹੋਇਆ ਸੀ, ਤੂੰ ਤਾਂ ਬੇਈਮਾਨੀਆਂ ਕਰਦਾ ਸੀ, ਤੇਰੇ ਤੇ ਦੂਜੇ ਦਾ ਹੱਕ ਮਾਰੇ ਤੋਂ ਬਿਨਾਂ ਤੂੰ ਕਮਾਈ ਨਹੀਂ ਕਰਦਾ ਸੀ। ਅੱਜ ਤੇਰਾ ਜੀਵਨ ਇਹੋ ਜਿਹਾ ਕਿਵੇਂ ਬਣ ਗਿਆ? ਉਹ ਦੱਸਦਾ ਭਲਿਆ ਜਦੋਂ ਮੈਂ ਗੁਰੂ ਸਾਹਿਬ ਦੀ ਬਾਣੀ ਸੁਣੀ ਨਾ, ਹੱਕ ਪਰਾਇਆ ਨਾਨਕਾ ਉਸ ਸੂਰ ਸੁਗਾਏ, ਤੇ ਮੈਂ ਜੀਵਨ ਦੇ ਵਿੱਚੋਂ ਹੱਕ ਮਾਰਨਾ ਛੱਡ ਦਿੱਤਾ। ਮੈਂ ਆਪਣੇ ਹੱਕ ਦੀ ਰੋਟੀ ਖਾਣੀ ਸ਼ੁਰੂ ਕਰ ਦਿੱਤੀ। ਜਦੋਂ ਮੈਂ ਜੀਵਨ ਦੇ ਅੰਦਰ ਪੜ੍ਹਨਾ ਸ਼ੁਰੂ ਕਰ ਦਿੱਤਾ ਕਿ ਜਿਨ੍ਹਾਂ ਅੰਦਰ ਕੂੜ ਵਰਤੇ ਸੱਚ ਨਾ ਭਾਵੀ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵੀ, ਝੂਠ ਨਾ ਬੋਲ ਪਾਂਡੇ ਸੱਚ ਕਹੀਏ। ਮਾਲਿਕ ਜੀ ਕਹਿੰਦੇ ਨੇ ਕਿ ਝੂਠ ਨਾ ਬੋਲ ਪਾਂਡੇ ਸੱਚ ਕਹੀਏ। ਜਦੋਂ ਜੀਵਨ ਦੇ ਅੰਦਰ ਸਤਿਗੁਰੂ ਦੀ ਬਾਣੀ ਨੂੰ ਕੰਨਾਂ ਦੇ ਨਾਲ ਧਿਆਨ ਨਾਲ ਸੁਣਨਾ ਸ਼ੁਰੂ ਕਰ ਦਿੱਤਾ ਨਾ, ਮੈਨੂੰ ਸਮਝ ਆ ਗਈ ਕਿ ਝੂਠ ਜਿਹੜਾ ਨਾ ਮੇਰੇ ਜੀਵਨ ਨੂੰ ਸਵਾਰ ਨਹੀਂ ਸਕਦਾ। ਤੇ ਗੁਰੂ ਪਿਆਰ ਵਾਲਿਓ ਆਪ ਸਵਾਰਿਆ ਮੈਂ ਮਿਲਿਆ। ਮਾਲਿਕ ਜੀ ਕਹਿੰਦੇ ਜੇ ਤੂੰ ਆਪਣਾ ਸਵਾਰ ਲਿਆ ਤੇ ਦੂਜੇ ਦਾ ਵੀ ਆਪਣੇ ਆਪ ਹੀ ਸਬਰ ਜਾਣਾ ਆ। ਤੂੰ ਆਪਣੇ ਜੀਵਨ ਨੂੰ ਸਵਾਰਦਾ ਨਹੀਂ ਤੇ ਗੁਰੂ ਪਿਆਰ ਵਾਲੀ ਤੂੰ ਦੂਜੇ ਦੇ ਜੀਵਨ ਨੂੰ ਸਵਾਰਨ ਚੱਲਿਆ ਹੋਇਆ ਆ। ਪਾਤਸ਼ਾਹ ਜੀ ਕਹਿੰਦੇ ਨੇ ਹਰ ਇੱਕੋ ਦਾਤਾ ਵਰਤਦਾ, ਦੂਜਾ ਵਰਨਾ ਕੋਏ। ਸਾਨੂੰ ਗੁਰਬਾਣੀ ਉੱਤੇ ਭਰੋਸਾ ਕਰਨਾ ਪੈਣਾ ਕਿ ਭਾਈ ਦਾਤਾ ਇੱਕੋ ਹੀ ਆ ਜਿਹੜਾ ਸਾਰੇ ਸੰਸਾਰ ਵਿੱਚ ਵਰਤ ਰਿਹਾ ਆ।
ਜਿਹੜਾ ਸਾਰੀਆਂ ਦਾਤਾਂ ਦੇਣ ਵਾਲਾ ਆ। ਹੋਰ ਦੂਜਾ ਨਾਹੀ ਕੋਏ, ਮਾਲਕ ਜੀ ਕਹਿੰਦੇ ਉਸ ਵਰਗਾ ਹੋਰ ਕੋਈ ਨਹੀਂ ਹੈ। ਤੇ ਗੁਰੂ ਪਿਆਰ ਵਾਲਿਓ, ਨਾ ਤਾਂ ਇਹ ਇੰਗਲਿਸ਼ ਵਿੱਚ ਲਿਖੀ ਹੋਈ ਆ ਬਾਣੀ, ਨਾ ਤਾਂ ਇਹ ਫਰਾਂਸ ਵਿੱਚ, ਨਾ ਤਾਂ ਹੋਰ ਕਿਸੇ ਚਾਈਨੀਸ ਵਿੱਚ ਲਿਖੀ ਹੋਈ ਆ, ਨਾ ਤਾਂ ਗੁਜਰਾਤੀ ਵਿੱਚ ਲਿਖੀ ਹੋਈ ਆ, ਨਾ ਤਾਂ ਉਰਦੂ ਵਿੱਚ ਲਿਖੀ ਹੋਈ ਆ। ਇਹ ਗੁਰਬਾਣੀ ਗੁਰਮੁਖੀ ਵਿੱਚ ਲਿਖੀ ਹੋਈ ਆ। ਜਿਹਨੂੰ ਅਨਪੜ੍ਹ ਬੰਦਾ ਉਹਨੂੰ ਵੀ ਇਹ ਗੱਲ ਸਮਝ ਲੱਗ ਜਾਂਦੀ, ਭਾਈ ਇੱਕ ਸਬਿਨ ਹੋਰ ਦੂਜਾ ਨਾਹੀ ਕੋਈ, ਕਿ ਇੱਕ ਤੋਂ ਬਿਨਾਂ ਮਾਲਕ ਹੋਰ ਕੋਈ ਨਹੀਂ ਹੈ ਜਿਹੜਾ ਸੰਸਾਰ ਵਿੱਚ ਰਹਿ ਰਿਹਾ ਹੋਵੇ, ਸਭ ਨੂੰ ਪਾਲਣ ਵਾਲਾ ਹੋਵੇ। ਫਿਰ ਅਸੀਂ ਇਸ ਗੱਲ ਤੇ ਅਸੀਂ ਇੰਨੇ ਗੇ ਗੁਜਰੇ ਵੀ ਨਹੀਂ ਹਾਂ ਕਿ ਸਾਨੂੰ ਗੁਰਬਾਣੀ ਸਮਝ ਨਾ ਲੱਗੇ, ਪੱਲੇ ਨਾ ਪਵੇ। ਤੇ ਗੁਰੂ ਪਿਆਰ ਵਾਲਿਓ, ਇਹ ਤਾਂ ਸਾਡਾ ਬਹਾਨਾ ਹੋ ਜਾਂਦਾ ਕਿ ਭਾਈ ਕਿ ਸਾਨੂੰ ਗੁਰਬਾਣੀ ਪੜ੍ਹਨੀ ਨਹੀਂ ਆਉਂਦੀ। ਹੁਣ ਜਿਵੇਂ ਸੰਸਾਰ ਦੇ ਅੰਦਰ, ਘਰ ਪਰਿਵਾਰ ਦੇ ਅੰਦਰ ਲੋੜ ਸੀ ਕੰਮ ਕਰਨ ਦੀ, ਜੇ ਲੋੜ ਸੀ ਨਾ ਸਬਜ਼ੀ ਰੋਟੀ ਪਾਣੀ ਬਣਾਉਣ ਦੀ, ਤੇ ਭੈਣਾਂ ਨੇ ਰੋਟੀ ਪਾਣੀ ਸਬਜ਼ੀ ਬਣਾਉਣੀ ਸਿੱਖ ਲਈ। ਘਰ ਵਿੱਚ ਲੋੜ ਸੀ ਭਾਈ, ਗੱਡੀ ਚਲਾਉਣ ਵਾਲਾ ਨਹੀਂ ਹੈਗਾ, ਹੁਣ ਮੁੰਡੇ ਨੂੰ ਗੱਡੀ ਵੀ ਸਿਖਾ ਦਿੱਤੀ, ਬੇਟੇ ਨੇ ਗੱਡੀ ਵੀ ਸਿੱਖ ਲਈ। ਘਰ ਦੇ ਵਿੱਚ ਮੋਬਾਈਲ ਫੋਨ ਚਲਾਉਣ ਵਾਲਾ ਨਹੀਂ ਸੀ, ਉਹ ਵੀ ਸਿੱਖ ਲਿਆ। ਟਰੈਕਟਰ ਚਲਾਉਣ ਵਾਲਾ ਨਹੀਂ ਸੀ, ਲੋੜ ਸੀਗੀ, ਸਿੱਖ ਲਿਆ। ਤੇ ਅਸੀਂ ਗੁਰਬਾਣੀ ਨੂੰ ਆਪਣਾ ਲੋੜ ਨਹੀਂ ਸਮਝੀ, ਇਸ ਕਰਕੇ ਗੁਰਬਾਣੀ ਪੜ੍ਹਨੀ ਵੀ ਨਹੀਂ ਸਿੱਖੀ। ਨਾ ਗੁਰਬਾਣੀ ਨੂੰ ਪੜ੍ਹਨਾ ਸਿੱਖਿਆ, ਨਾ ਵਿਚਾਰਨਾ ਸਿੱਖਿਆ, ਪਰ ਇੱਕ ਬਹਾਨਾ ਲੱਭ ਲਿਆ ਕਿ ਭਾਈ ਸਾਨੂੰ ਗੁਰਬਾਣੀ ਪੜ੍ਹਨੀ ਨਹੀਂ ਆਉਂਦੀ। ਪੜ੍ਹਨੀ ਤਾਂ ਆਊਗੀ ਜੇਕਰ ਅਸੀਂ ਉੱਦਮ ਕਰਾਂਗੇ, ਮਿਹਨਤ ਕਰਾਂਗੇ, ਇਹਦੇ ਵਾਸਤੇ ਵੀ ਸਮਾਂ ਕਰਾਂਗੇ, ਸਮਾਂ ਲੱਭਾਂਗੇ। ਤੇ ਗੁਰੂ ਪਿਆਰ ਵਾਲਿਓ, ਇਹ ਵੀ ਬਹਾਨਾ ਨਹੀਂ ਮਾਰ ਸਕਦੇ ਕਿ ਭਾਈ ਕੋਈ ਸਾਨੂੰ ਸਿਖਾਉਣ ਵਾਲਾ ਨਹੀਂ ਹੈ। ਤੇ ਗੁਰੂ ਪਿਆਰੇ ਸਿਖਾਉਣ ਵਾਲੇ ਵੀ ਆ ਤੇ ਸਿੱਖਣ, ਹੁਣ ਸਿਖਾਉਣ ਵਾਲੇ ਵੀ ਹੈ। ਜੇ ਤੁਸੀਂ ਇੱਥੇ ਆ ਕੇ ਨਹੀਂ ਸਿੱਖ ਸਕਦੇ, ਘੱਟੋ ਘੱਟ ਆਪਣੇ ਘਰ ਵਿੱਚ ਬੈਠ ਕੇ, ਅੱਜ ਇੰਟਰਨੈਟ ਦਾ ਸਾਧਨ ਹੈ, ਇੰਟਰਨੈਟ। ਗੁਰੂ ਪਿਆਰ ਵਾਲਿਓ, ਹਰੇਕ ਇੰਟਰਨੈਟ 'ਤੇ ਸਾਡੇ ਬੱਚਿਆਂ ਕੋਲ ਮੋਬਾਈਲ ਫੋਨ ਆ, ਸਾਡੇ ਪਰਿਵਾਰਾਂ, ਸਾਡੇ ਘਰਦਿਆਂ ਕੋਲ ਮੋਬਾਈਲ ਫੋਨ ਆ। ਗੁਰੂ ਪਿਆਰ ਵਾਲਿਓ, ਉੱਥੇ ਅਸੀਂ ਗੁਰਬਾਣੀ ਪੜ੍ਹਨੀ ਸਿੱਖ ਸਕਦੇ ਹਾਂ। ਬੜੇ ਵੀਰ ਭੈਣ ਆ ਜਿਹੜੇ ਅੱਜ ਇੰਟਰਨੈਟ ਦੇ ਮਾਧਿਅਮ ਦੇ ਰਾਹੀਂ ਜਿਹੜੇ ਕਿ ਗੁਰਬਾਣੀ ਪੜ੍ਹਨੀ ਵੀ ਸਿੱਖਦੇ ਆ, ਗੁਰਬਾਣੀ ਵਿਚਾਰਨੀ ਵੀ ਸਿੱਖਦੇ ਆ, ਬੜਾ ਕੁਝ ਆ। ਪਰ ਜੇਕਰ ਮਨੁੱਖ ਨੇ ਆਪਣੇ ਜੀਵਨ ਦਾ ਕੁਝ ਕਰਨਾ ਹੋਵੇ ਤੇ ਸਭ ਕੁਝ ਕਰ ਸਕਦਾ ਹੈ। ਤੇ ਪਾਤਸ਼ਾਹ ਜੀ ਕਹਿੰਦੇ ਨੇ, ਸ਼ਬਦ ਸਲਾਹੀ ਮਨ ਵਸੈ, ਸਹਿਜੇ ਹੀ ਸੁਖ ਹੋਏ। ਕਹਿੰਦੇ ਗੁਰੂ ਦੇ ਸ਼ਬਦ ਰਾਹੀਂ ਜੇਕਰ ਮੈਂ ਉਹਦੀ ਸਿਫਤ ਸਲਾਹ ਕਰਦਾ ਨਾ, ਕਹਿੰਦੇ ਉਹ ਮਾਲਕ ਮੇਰੇ ਮਨ ਵਿੱਚ ਆ ਵਸਦਾ ਆ ਤੇ ਜੀਵਨ ਅੰਦਰ ਆਨੰਦ ਖੇੜਾ ਬਣ ਜਾਂਦਾ ਆ। ਤੇ ਪਾਤਸ਼ਾਹ ਜੀ ਕਹਿੰਦੇ ਨੇ, ਪਾਰ ਬ੍ਰਹਮ ਪ੍ਰਭ ਏਕ ਹੈ, ਦੂਜਾ ਨਾਹੀ ਕੋਏ। ਤੁਸੀਂ ਗੁਰੂ ਪਿਆਰ ਵਾਲਿਓ, ਜਿੰਨੇ ਮਰਜ਼ੀ ਪ੍ਰਮਾਣ ਗੁਰੂ ਦੀ ਬਾਣੀ ਵਿੱਚੋਂ ਲੱਭ ਲਓ। ਪ੍ਰਮਾਣ, ਇਹ ਸ਼ਬਦ, ਇਹ ਜਿਹੜੀਆਂ ਪੰਕਤੀਆਂ ਜਿੱਥੇ ਮਾਲਕ ਨੇ ਇੱਕ ਦੀ ਗੱਲ ਕੀਤੀ, ਜਿੰਨੇ ਕਹੋਗੇ ਅਸੀਂ ਉਨੀ ਤੁਹਾਨੂੰ ਦੱਸ ਦਾਂਗੇ ਭਾਈ ਇੰਨੇ ਪ੍ਰਮਾਣ ਆ। ਇੱਥੇ ਵੀ ਗੁਰੂ ਸਾਹਿਬ ਨੇ ਲਿਖਿਆ, ਇੱਥੇ ਵੀ ਲਿਖਿਆ, ਪਰ ਗੁਰੂ ਸਾਹਿਬ ਦੀ ਬਾਣੀ ਅੰਦਰ ਇਹ ਕਿਤੇ ਨਹੀਂ ਲਿਖਿਆ ਕਿ ਭਾਈ ਉਹ ਤੋਂ ਬਗੈਰ ਹੋਰ ਵੀ ਕੋਈ ਹੈ ਜਿਹੜਾ ਸਾਨੂੰ ਪਾਲ ਰਿਹਾ ਆ। ਪਾਤਸ਼ਾਹ ਜੀ ਕਹਿੰਦੇ ਨੇ, ਪਾਰ ਬ੍ਰਹਮ ਪ੍ਰਭ ਏਕ ਹੈ, ਦੂਜਾ ਨਾਹੀ ਕੋਏ। ਮਾਲਕ ਜੀ ਕਹਿੰਦੇ ਨੇ, ਕੇਵਲ ਤੇ ਕੇਵਲ ਇੱਕ ਪਰਮਾਤਮਾ ਹੈ ਜਿਹੜਾ ਸਾਰੇ ਸੰਸਾਰ ਦਾ ਮਾਲਕ ਹੈ, ਜਿਹੜਾ ਸਾਰਿਆਂ ਨੂੰ ਪਾਲਣ ਵਾਲਾ ਆ। ਕਹਿੰਦੇ ਹੋਰ ਕੋਈ ਦੂਜਾ ਨਹੀਂ ਹੈ, ਉਹਦੀ ਬਰਾਬਰੀ ਕਰਨ ਸਕਣ ਵਾਲਾ ਨਹੀਂ ਹੈ। ਜੀਓ ਪਿੰਡ ਸਭ ਤਿਸ ਕਾ, ਜੋ ਤਿਸ ਭਾਵੇ ਸੋ ਹੋਏ। ਕਹਿੰਦੇ ਇਹ ਸਰੀਰ ਜਿਹੜਾ ਨਾ ਉਸ ਮਾਲਕ ਦਾ ਹੀ ਸਾਨੂੰ ਮਿਲਿਆ ਹੋਇਆ ਆ। ਤੇ ਜਗਤ ਵਿੱਚ ਉਹੀ ਕੁਝ ਹੁੰਦਾ ਜੋ ਉਹਨੂੰ ਚੰਗਾ ਲੱਗਦਾ ਆ। ਤੇ ਮਾਲਕ ਨੂੰ ਚੰਗਾ ਕੀ ਲੱਗੇਗਾ, ਭਾਈ ਤੂੰ ਆਪਣਾ ਜੀਵਨ ਚੰਗਾ ਬਣਾ, ਕੰਮ ਚੰਗੇ ਕਰ। ਹੁਣ ਜਗਤ ਵਿੱਚ, ਇਹ ਸੰਸਾਰ ਵਿੱਚ ਮਾੜੇ ਕੰਮ ਵੀ ਹੁੰਦੇ, ਇਹਦਾ ਅਰਥ ਇਹ ਥੋੜ੍ਹਾ ਕਿ ਉਹ ਰੱਬ ਹੀ ਕਰਦਾ, ਮਾੜੇ ਕੰਮ ਵੀ ਰੱਬ ਹੀ ਕਰਾ ਰਿਹਾ ਮਨੁੱਖ ਦੇ ਕੋਲੋਂ। ਤੇ ਗੁਰੂ ਪਿਆਰ ਵਾਲਿਓ, ਚੰਗੇ ਕੰਮ ਜਿਹੜਾ ਮਨੁੱਖ ਕਰ ਰਿਹਾ ਆ, ਸੰਸਾਰ ਅੰਦਰ ਚੰਗੀ ਸੋਚ ਰੱਖ ਰਿਹਾ ਆ, ਤੇ ਉਹਦੇ ਕੋਲ ਚੰਗੀ ਸਮਝ ਆ, ਚੰਗੀ ਸੋਚ ਆ, ਚੰਗੀ ਸਿੱਖਿਆ ਆ। ਹੁਣ ਜਿਹੜਾ ਚੰਗੀ ਸਿੱਖਿਆ ਨਹੀਂ ਲੈ ਰਿਹਾ, ਜੀਵਨ ਅੰਦਰ ਗਲਤ ਕੰਮ ਕਰ ਰਿਹਾ ਹੈ। ਪਾਤਸ਼ਾਹ ਕਹਿੰਦੇ ਨੇ, ਗੁਰ ਪੂਰੈ ਪੂਰਾ ਭਇਆ, ਜਪ ਨਾਨਕ ਸੱਚਾ ਸੋਏ। ਮਾਲਕ ਜੀ ਕਹਿੰਦੇ ਜਿਹੜਾ ਪੂਰੇ ਗੁਰੂ ਦੇ ਰਾਹੀਂ ਸਦਾ ਥਿਰ ਪ੍ਰਭੂ ਨੂੰ ਸਿਮਰਦਾ ਆ, ਕਹਿੰਦੇ ਉਹ ਸਭ ਗੁਣਾਂ ਨਾਲ ਮੁਕੰਮਲ ਹੋ ਜਾਂਦਾ। ਕਹਿੰਦੇ ਉਹ ਵੀ ਪੂਰਾ ਹੋ ਜਾਂਦਾ ਆ, ਉਹਦਾ ਜੀਵਨ ਵੀ ਅਧੂਰਾ ਨਹੀਂ ਰਹਿੰਦਾ। ਹਰ ਰੋਜ਼ ਅਸੀਂ ਪੜ੍ਹਦੇ ਹਾਂ, ਪੂਰਾ ਪ੍ਰਭ ਅਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਕਿ ਭਾਈ ਜੇਕਰ ਤੂੰ ਪੂਰੇ ਪ੍ਰਭੂ ਨੂੰ ਅਰਾਧੇਗਾ, ਪੂਰੇ ਗੁਰੂ ਦੇ ਦੁਆਰਾ, ਤੇ ਤੇਰਾ ਜੀਵਨ ਵੀ ਜਿਹੜਾ ਗੁਣਾਂ ਨਾਲ ਭਰ ਜਾਵੇਗਾ, ਤੇਰਾ ਜੀਵਨ ਵੀ ਪੂਰਾ ਹੋ ਜਾਵੇਗਾ, ਅਧੂਰਾ ਨਹੀਂ ਰਹਿ ਜਾਵੇਗਾ, ਤੇਰਾ ਜੀਵਨ ਵੀ ਕਹਿੰਦੇ ਮੁਕੰਮਲ ਹੋ ਜਾਵੇਗਾ। ਤੇ ਪਾਤਸ਼ਾਹ ਜੀ ਬਚਨ ਕਰਦੇ ਨੇ, ਤੂੰ ਆਦ ਪੁਰਖ ਆਪਰੰਪਰ ਕਰਤਾ ਜੀ, ਤੁਧ ਜੇ ਵੱਡ ਅਵਰ ਨਾ ਕੋਈ।
ਮਾਲਕ ਜੀ ਕਹਿੰਦੇ ਨੇ हे ਅਕਾਲ ਪੁਰਖ ਵਾਹਿਗੁਰੂ, ਸੰਸਾਰ ਅੰਦਰ ਤੇਰੇ ਤੋਂ ਬਿਨਾ ਹੋਰ ਕੋਈ ਨਹੀਂ ਹੈ ਜਿਹੜਾ ਸਭ ਕੁਝ ਕਰਨ ਵਾਲਾ ਹੋਵੇ, ਪੈਦਾ ਕਰਨ ਵਾਲਾ ਹੋਵੇ, ਬਣਾਉਣ ਵਾਲਾ ਹੋਵੇ। ਤੂੰ ਜੁਗ ਜੁਗ ਏਕੋ। ਮਾਲਕ ਜੀ ਕਹਿੰਦੇ ਹਰੇਕ ਯੁੱਗ ਵਿੱਚ ਤੂੰ ਆਪ ਹੀ ਆ। ਭਾਵ ਕਿ ਜੁਗ ਜੁਗ ਦਾ ਅਰਥ ਕੀ? ਹਰੇਕ ਸਮੇਂ ਤੋਂ, ਸਦਾ ਤੋਂ ਮਾਲਕ ਵਾਹਿਗੁਰੂ ਜੀ ਤੇਰਾ ਹੀ ਵਾਸਾ ਹੈ। ਤੂੰ ਆਪ ਹੀ ਆ। ਸਦਾ ਸਦਾ ਤੂੰ ਏਕੋ ਜੀ। ਸਦਾ ਹੀ ਮਾਲਕ ਜੀ ਤੂੰ ਆਪ ਆ। ਤੂੰ ਨਿਹਚਲ ਕਰਤਾ ਸੋਈ। हे ਅਕਾਲ ਪੁਰਖ ਵਾਹਿਗੁਰੂ, ਨਿਹਚਲ ਜਿਹੜਾ ਕਿ ਸਦਾ ਰਹਿਣ ਵਾਲਾ। ਨਿਹਚਲ ਕਹਿੰਦੇ ਆ ਜਿਹੜਾ ਕਦੇ ਨਹੀਂ ਹਿੱਲਦਾ। ਨਿਹਚਲ ਨਾ ਹਿੱਲਣ ਵਾਲਾ, ਉਹ ਮਾਲਕ ਸਦਾ ਹੀ ਕਾਇਮ ਰਹਿਣ ਵਾਲਾ ਆ, ਉਹ ਕਦੇ ਵੀ ਹਿੱਲਦਾ ਨਹੀਂ। ਤੇ ਗੁਰੂ ਪਿਆਰ ਵਾਲਿਓ, ਅਸੀਂ ਵੀ ਆਪਣੇ, ਸਾਡਾ ਜੀਵਨ ਵੀ ਨਿਹਚਲ ਬਣ ਜਾਵੇਗਾ ਜਦੋਂ ਅਸੀਂ ਨਿਹਚਲ ਅਕਾਲ ਪੁਰਖ ਵਾਹਿਗੁਰੂ ਨਾਲ ਜੁੜ ਜਾਵਾਂਗੇ। ਸਾਡਾ ਜੀਵਨ ਵੀ ਸਦਾ ਕਾਇਮ ਰਹਿਣ ਵਾਲਾ ਬਣ ਜਾਵੇਗਾ। ਸਾਡਾ ਆਤਮਿਕ ਜੀਵਨ ਵੀ ਕਦੇ ਡੋਲੇਗਾ ਨਹੀਂ, ਕਦੇ ਹਿੱਲੇਗਾ ਨਹੀਂ। ਥੋੜ੍ਹੇ ਜਿਹੇ ਪੈਸਿਆਂ ਨੂੰ ਵੇਖ ਕੇ, ਥੋੜ੍ਹੇ ਜਿਹੇ ਪਦਾਰਥਾਂ ਨੂੰ ਵੇਖ ਕੇ ਸਾਡਾ ਜੀਵਨ ਵੀ ਹਿੱਲੇਗਾ ਨਹੀਂ, ਡੋਲੇਗਾ ਨਹੀਂ। ਗੁਰੂ ਪਿਆਰ ਵਾਲਿਓ, ਸਾਡਾ ਜੀਵਨ ਵੀ ਸਦਾ ਕਾਇਮ ਰਹਿਣ ਵਾਲਾ ਬਣ ਜਾਵੇਗਾ। ਪਾਤਸ਼ਾਹ ਜੀ ਬਚਨ ਕਰਦੇ ਨੇ, ਤੂੰ ਏਕੋ ਨਿਹਚਲ ਇੱਕ ਸਸਿਓ ਮਨ ਮਾਨਿਆ। ਕਹਿੰਦੇ ਜਿਸ ਮਨੁੱਖ ਦਾ ਮਨ ਇੱਕ ਪਰਮਾਤਮਾ ਨਾਲ ਜੁੜ ਜਾਵੇ ਨਾ, ਤਾਂ ਹੋਆ ਨਿਹਚਲ ਚੀਤ। ਕਹਿੰਦੇ ਉਹਦਾ ਜਿਹੜਾ ਚਿੱਤ ਨਾ, ਉਹ ਵੀ ਨਿਹਚਲ ਬਣ ਜਾਂਦਾ ਆ, ਸਦਾ ਅਡੋਲ ਹੋ ਜਾਂਦਾ, ਕਦੇ ਡੋਲਦਾ ਨਹੀਂ। ਤੇ ਗੁਰੂ ਪਿਆਰ ਵਾਲਿਓ, ਜਿਹੜੀ ਚੀਜ਼ ਹਿੱਲੀ ਜਾਵੇ, ਜਿਹੜੀ ਚੀਜ਼ ਟਿਕੇ ਨਾ, ਟਿਕਾ ਨਾ ਹੋਵੇ, ਤੇ ਗੁਰੂ ਪਿਆਰ ਵਾਲੇ ਉੱਥੇ ਸ਼ਾਂਤੀ। ਹੁਣ ਦੇਖੋ ਸਾਡਾ ਮਨ ਹਿੱਲਦਾ ਰਹਿੰਦਾ ਆ, ਭਟਕਦਾ ਰਹਿੰਦਾ, ਦੌੜਦਾ ਰਹਿੰਦਾ, ਉਨਾ ਚਿਰ ਜੀਵਨ 'ਚ ਟਿਕਾ ਨਹੀਂ ਹੈ, ਸੁੱਖ ਨਹੀਂ ਹੈ, ਸ਼ਾਂਤੀ ਨਹੀਂ ਹੈ। ਜਦੋਂ ਸਾਡਾ ਮਨ ਟਿਕ ਗਿਆ ਫਿਰ ਜੀਵਨ 'ਚ ਸ਼ਾਂਤੀ ਵੀ ਆ ਜਾਵੇਗੀ। ਜਿਵੇਂ ਅਸੀਂ ਕਈ ਵਾਰੀ ਕਹਿੰਦੇ ਜਿਹੜੀ ਚੀਜ਼, ਹੁਣ ਦੇਖੋ ਸਮੁੰਦਰ ਆ, ਹੁਣ ਸਮੁੰਦਰ ਜਦੋਂ ਟਿਕ ਜਾਵੇ ਤੇ ਕੋਈ ਨੁਕਸਾਨ ਨਹੀਂ ਹੈ। ਜੋ ਸਮੁੰਦਰ 'ਤੇ ਹਿੱਲਣ ਲੱਗ ਪਵੇ, ਸੁਨਾਮੀ ਆ ਜਾਵੇ, ਹੜ੍ਹ ਆ ਜਾਣ, ਤੇ ਗੁਰੂ ਪਿਆਰ ਸਭ ਕੁਝ ਬਰਬਾਦ ਕਰ ਦਿੰਦੇ। ਇਸੇ ਤਰ੍ਹਾਂ ਹੀ ਜਦੋਂ ਸਾਡਾ ਮਨ ਹਿੱਲਦਾ ਨਾ, ਉਦੋਂ ਫਿਰ ਸਭ ਕੁਝ ਬਰਬਾਦ ਹੁੰਦਾ। ਫਿਰ ਰਿਸ਼ਵਤਖੋਰੀ ਬਣ ਜਾਂਦਾ, ਫਿਰ ਬੇਈਮਾਨ ਵੀ ਬਣ ਜਾਂਦਾ, ਫਿਰ ਠੱਗੀਆਂ ਵੀ ਮਾਰਦਾ, ਸਭ ਕੁਝ ਕਰਦਾ। ਮਾਲਕ ਜੀ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਨਾ, ਜਿਸ ਦਾ ਮਨ ਉਹਦੇ ਨਾਲ ਜੁੜ ਗਿਆ, ਉਹਦਾ ਜੀਵਨ ਵੀ ਸਦਾ ਕਾਇਮ ਰਹਿਣ ਵਾਲਾ। ਆਤਮਿਕ ਤੌਰ ਉੱਤੇ ਸੱਚ ਖਾਣਾ, ਸੱਚ ਪਹਿਨਣਾ। ਕਹਿੰਦੇ ਫਿਰ ਮਾਲਕ ਦੇ ਨਾਮ ਨੂੰ ਹੀ ਆਪਣੇ ਆਤਮਿਕ ਜੀਵਨ ਦੀ ਖੁਰਾਕ ਬਣਾ ਲੈਂਦਾ ਆ। ਨਾਮ ਨੂੰ ਹੀ ਆਪਣੀ ਕਹਿੰਦੇ ਪੁਸ਼ਾਕ ਬਣਾਉਂਦਾ, ਕੱਪੜੇ ਬਣਾ ਲੈਂਦਾ ਆ। ਫਿਰ ਟੇਕ ਨਾਨਕ ਸੱਚ ਕੀਤ। ਪਾਤਸ਼ਾਹ ਕਹਿੰਦੇ ਨੇ ਫਿਰ ਟੇਕ ਜਿਹੜਾ ਭਰੋਸਾ ਨਾ, ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਹੀ ਆਪਣੇ ਜੀਵਨ ਅੰਦਰ ਬਣਾਉਂਦਾ ਆ। ਮਾਲਕ ਜੀ ਬਚਨ ਕਰਦੇ ਨੇ, ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ। ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਭਾਵੇ ਸੋਈ ਵਰਤੈ ਜੀ। ਮਾਲਕ ਜੀ ਜਗਤ ਵਿੱਚ ਉਹੀ ਕੁਝ ਹੁੰਦਾ ਜੋ ਤੈਨੂੰ ਚੰਗਾ ਲੱਗਦਾ। ਤੂੰ ਆਪੇ ਕਰੇ ਸੋ ਹੋਈ। ਤੂੰ ਸਭ ਕੁਝ, ਜੋ ਕੁਝ ਵੀ ਹੁੰਦਾ ਤੂੰ ਆਪ ਹੀ ਕਰਦਾ ਆ, ਤੂੰ ਸਭ ਕੁਝ ਆਪ ਕਰਨ ਵਾਲਾ ਆ। ਗੁਰੂ ਪਿਆਰ ਵਾਲਿਓ, ਕਈ ਲੋਕ ਇਹਨਾਂ ਸ਼ਬਦਾਂ ਨੂੰ, ਆਪਣੇ ਗੁਨਾਹਾਂ ਨੂੰ, ਆਪਣੇ ਪਾਪਾਂ ਨੂੰ ਛੁਪਾਉਣ ਵਾਸਤੇ ਵਰਤਦੇ ਆ। ਜਿਵੇਂ ਕੋਈ ਸੰਸਾਰ ਦੇ ਵਿੱਚ, ਸਾਡੇ ਦੇਸ਼ ਵਿੱਚ ਮਾੜਾ ਕੰਮ ਹੋਵੇ ਨਾ, ਅਸੀਂ ਇਹ ਗੱਲ ਕਹਿੰਦੇ ਕਿ ਜੋ ਰੱਬ ਦਾ ਭਾਣਾ ਉਹੀ ਹੋਣਾ ਭਾਈ। ਜੇ ਕੋਈ ਨਸ਼ੇ ਕਰਕੇ ਮਰ ਜਾਵੇ, ਕਹਿੰਦੇ ਇਹ ਤਾਂ ਰੱਬ ਦਾ ਭਾਣਾ ਸੀ। ਭਾਵ ਕਿ ਉਹ ਜਿਹੜੇ ਲੋਕ ਇਹ ਕੰਮ ਕਰਦੇ ਆ, ਪਾਪਾਂ ਵਾਲੇ, ਇਹ ਨਸ਼ਿਆਂ ਵਾਲੇ ਕੰਮ ਕਰਦੇ ਆ, ਦੇਸ਼ ਦੇ ਵਿੱਚ ਠੱਗੀਆਂ, ਚੋਰੀਆਂ, ਬੇਈਮਾਨੀਆਂ, ਧੱਕਾ, ਚੋਰੀ, ਜ਼ੁਲਮ ਕਰਦੇ ਨੇ ਨਾ, ਗੁਰੂ ਪਿਆਰ ਵਾਲੇ ਉਹ ਲੋਕ ਇਹਨਾਂ ਚੀਜ਼ਾਂ ਦਾ ਆਸਰਾ ਲੈਂਦੇ। ਕਿਉਂਕਿ ਸਾਡੀ ਰੱਬ ਦੇ ਵਿੱਚ ਸ਼ਰਧਾ ਭਾਵਨਾ ਬੜੀ, ਅਸੀਂ ਕਹਿੰਦੇ ਕਿ ਭਾਈ ਜੋ ਰੱਬ ਕਰਦਾ ਉਹੀ ਹੁੰਦਾ। ਕਿਉਂਕਿ ਸਾਡਾ ਮਨ ਫਿਰ ਜਾਗਦਾ ਨਹੀਂ, ਅਸੀਂ ਸੁਚੇਤ ਨਹੀਂ ਹੁੰਦੇ, ਅਸੀਂ ਫਿਰ ਉਹਨਾਂ ਦੇ ਖਿਲਾਫ ਬੋਲਦੇ ਨਹੀਂ ਜਿਹੜੇ ਲੋਕ ਇਹ ਮਾੜੇ ਕੰਮ ਕਰਦੇ। ਸਾਡੇ ਮਨ ਵਿੱਚ ਉਹ ਇਹ ਗੱਲ ਬਿਠਾ ਦਿੰਦੇ ਕਿ ਭਾਈ ਜੋ ਕੀਤਾ ਉਸ ਰੱਬ ਨੇ ਕੀਤਾ, ਉਹ ਰੱਬ ਦਾ ਭਾਣਾ ਸੀ। ਫਿਰ ਗੁਰੂ ਪਿਆਰ ਵਾਲੇ ਸਾਡੇ ਮਨ ਵਿੱਚ ਕੋਈ ਖਿਆਲ ਹੀ ਨਹੀਂ ਪੈਦਾ ਹੁੰਦਾ ਕਿ ਸੱਚਮੁੱਚ ਹੀ ਰੱਬ ਨੇ ਕੀਤਾ ਹੋਵੇਗਾ। ਸੰਸਾਰ ਅੰਦਰ ਜਿਹੜੇ ਗਲਤ ਕਰਮ ਹੋ ਰਹੇ ਆ, ਚਾਹੇ ਕਰਪਸ਼ਨ, ਚਾਹੇ ਸਿਸਟਮ ਜਿਹੜਾ ਗੰਦਾ ਹੈ, ਗੁਰੂ ਪਿਆਰ ਵਾਲਿਓ ਉਹ ਮਨੁੱਖ ਜਿਹੜੇ ਆਪ ਕਰਦੇ, ਰੱਬ ਨਹੀਂ ਕਰ ਰਿਹਾ। ਰੱਬ ਨੇ ਥੋੜ੍ਹੋ ਕਿਹਾ ਕਿ ਭਾਈ ਤੂੰ ਨਸ਼ਾ ਵੀ ਵੇਚ, ਨਾਲ ਨਸ਼ਾ ਵੀ ਕਰ। ਰੱਬ ਥੋੜ੍ਹੋ ਕਹਿੰਦਾ ਕਿ ਭਾਈ ਹੁਣ ਰੱਬ ਦਾ ਭਾਣਾ ਇਹ ਆ। ਜੇ ਰੱਬ ਦਾ ਭਾਣਾ ਇਹ ਆ ਤੇ ਗੁਰੂ ਪਿਆਰ ਵਾਲੇ ਗੁਰੂ ਸਾਹਿਬਾਨ ਤਾਂ ਫਿਰ ਇਸ ਭਾਣੇ ਤੋਂ ਵਾਂਝੇ ਰਹਿ ਗਏ। ਗੁਰੂ ਸਾਹਿਬ ਨੇ ਫਿਰ ਤਾਂ ਰੱਬ ਦਾ ਭਾਣਾ ਇਹ ਮੰਨਿਆ ਨਹੀਂ। ਇਹ ਬੇਈਮਾਨੀਆਂ, ਠੱਗੀਆਂ ਕਰਨੀਆਂ, ਜਾਂ ਕਿਸੇ ਧੀ ਪੁੱਤ ਨੇ ਜਵਾਨ ਉਮਰ ਵਿੱਚ ਚੜ੍ਹਾਈ ਕਰ ਜਾਣਾ, ਕਿਸੇ ਸਿਸਟਮ ਦੇ ਕਰਕੇ, ਕਿਸੇ ਗਲਤੀ ਕਰਕੇ, ਐਕਸੀਡੈਂਟ ਕਰਕੇ, ਜਾਂ ਹੋਰ ਘਟਨਾਵਾਂ ਕਰਕੇ ਕੋਈ ਜੀ ਚੜ੍ਹਾਈ ਕਰ ਜਾਵੇ,
ਜਵਾਨ ਪੁੱਤ ਚਲਾ ਜਾਵੇ ਤੇ ਲੋਕ ਜਿਹੜੇ ਇਹੀ ਬੋਲਦੇ ਕਿ ਭਾਈ ਰੱਬ ਦਾ ਭਾਣਾ ਸੀ, ਇਹ ਲਿਖਿਆ ਸੀ ਇਹਦੇ ਕਰਮਾਂ ਵਿੱਚ। ਪਰ ਇਹ ਨਹੀਂ ਕਾਰਨ ਲੱਭਿਆ ਗਿਆ ਕਿ ਇਹ ਗੱਲ ਕਿਉਂ ਹੋਈ, ਕਿਉਂ ਕਿਹੜੀ ਚੀਜ਼ ਆ, ਕਿਹੜੀ ਗੱਲ ਇਸ ਦੀ ਮੌਤ ਦਾ ਕਾਰਨ ਬਣੀ। ਉਸ ਗੱਲ ਨੂੰ ਸਹੀ ਕੀਤਾ ਜਾਵੇ, ਸੁਧਾਰਿਆ ਜਾਵੇ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਕੋਈ ਖਤਮ ਨਾ ਹੋਵੇ, ਹੋਰ ਕੋਈ ਮਰੇ ਨਾ। ਤੇ ਗੁਰੂ ਪਿਆਰ ਵਾਲੇ ਸਾਡਾ ਧਿਆਨ ਉਸ ਵੱਲ ਨਹੀਂ ਦਿਆ ਜਾਂਦਾ। ਬਸ ਇਹ ਕਿਹਾ ਜਾਂਦਾ ਭਾਈ ਇਹ ਰੱਬ ਦਾ ਭਾਣਾ ਹੈ, ਰੱਬ ਦਾ ਹੁਕਮ ਆ, ਜੋ ਲਿਖਿਆ ਸੀ ਜਿੰਨੀ ਉਮਰ ਭੋਗਣੀ ਸੀ ਭੋਗ ਗਿਆ, ਚਲਾ ਗਿਆ। ਜਿਸ ਕਰਕੇ ਉਹਨਾਂ ਮਨੁੱਖਾਂ ਸਾਡੇ ਮਨਾਂ ਦੇ ਵਿੱਚ ਫਿਰ ਇਹ ਖਿਆਲ ਪੈਦਾ ਨਹੀਂ ਹੁੰਦਾ ਕਿ ਅਸੀਂ ਇਸ ਦੀ ਪੜਤਾਲ ਕਰੀਏ, ਇਹਦੀ ਖੋਜ ਕਰੀਏ, ਕਾਰਨ ਕਿਉਂ ਬਣਿਆ, ਇਸ ਤਰ੍ਹਾਂ ਕਿਉਂ ਚੱਲ ਰਿਹਾ ਆ। ਕਿਸੇ ਧੀ ਭੈਣ ਨਾਲ ਕੁਕਰਮ ਹੋ ਜਾਵੇ, ਅਸੀਂ ਫਿਰ ਕਹਿੰਦੇ ਭਾਈ ਰੱਬ ਦਾ ਭਾਣਾ ਸੀ, ਜੋ ਕਰਮਾਂ 'ਚ ਲਿਖਿਆ ਹੋ ਗਿਆ, ਫਿਰ ਸਾਨੂੰ ਲੋੜ ਹੀ ਨਹੀਂ, ਫਿਰ ਤਾਂ ਕਿ ਸਿਸਟਮ ਦੇ ਖਿਲਾਫ ਆਵਾਜ਼ ਉਠਾਉਣ ਦੀ ਲੋੜ ਹੀ ਨਹੀਂ, ਫਿਰ ਤਾਂ ਜਿੱਦਾਂ ਮਰਜ਼ੀ ਕੁਕਰਮ ਹੋਈ ਜਾਣ, ਕਿਉਂਕਿ ਰੱਬ ਦਾ ਭਾਣਾ ਆ। ਜੇ ਰੱਬ ਦਾ ਭਾਣਾ ਇਹੀ ਆ ਤੇ ਗੁਰੂ ਪਿਆਰ ਵਾਲੇ ਗੁਰੂ ਸਾਹਿਬਾਨ ਫਿਰ ਜਿਹੜੇ ਉਹਨਾਂ ਨੇ ਆਪਣੇ ਜੀਵਨ ਅੰਦਰ ਆਪਣੇ ਪਰਿਵਾਰ ਵੀ ਕੁਰਬਾਨ ਕਰ ਦਿੱਤੇ, ਤੱਤੀਆਂ ਤਵੀਆਂ 'ਤੇ ਵੀ ਬੈਠ ਗਏ, ਆਰਿਆਂ ਨਾਲ ਵੀ ਚਿਰੇ ਗਏ, ਤੇ ਰੱਬ ਦਾ ਭਾਣਾ ਫਿਰ ਗੁਰੂ ਸਾਹਿਬਾਨਾਂ ਨੇ ਤਾਂ ਮੰਨਿਆ ਹੀ ਨਹੀਂ। ਅਸਲ ਵਿੱਚ ਇਹ ਸਾਨੂੰ ਇਹਨਾਂ ਭੁਲੇਖਿਆਂ, ਇਹਨਾਂ ਸ਼ਬਦਾਂ ਦੇ ਵਿੱਚ ਘੁਮਾਇਆ ਜਾਂਦਾ, ਭਰਮਾਇਆ ਜਾਂਦਾ। ਕਾਰਨ ਵੇਖਿਆ ਜਾਵੇ ਕਿ ਜਿਹੜੀ ਇਹ ਗਲਤੀ ਹੋਈ, ਜਿਹੜੀ ਇੱਥੇ ਇਹ ਘਟਨਾ ਵਾਪਰੀ ਆ, ਉਹਦੀ ਖੋਜ ਪੜਤਾਲ ਸਭ ਕੁਝ ਕੀਤਾ ਜਾਵੇ, ਫਿਰ ਜਿਹੜੇ ਮਨੁੱਖ ਨੇ ਕਰਮ ਕੀਤਾ ਉਹਨੂੰ ਸਜ਼ਾ ਵੀ ਮਿਲ ਸਕਦੀ ਆ। ਤੇ ਮਾਲਿਕ ਜੀ ਕਹਿੰਦੇ ਨੇ ਤੁਦੇ ਆਪੇ ਭਾਵੇ ਸੋਈ ਵਰਤੇ ਜੀ, ਤੂੰ ਆਪੇ ਕਰੇ ਸੋ ਹੋਈ। ਹੁਣ ਜੇ ਨਸ਼ਾ ਕਰਕੇ ਮਰ ਰਿਹਾ ਸੀ, ਕਹਿੰਦੇ ਰੱਬ ਦਾ ਭਾਣਾ ਪਾਈਏ, ਨਸ਼ਾ ਕਰਕੇ ਮਰ ਗਿਆ, ਰੱਬ ਦਾ ਭਾਣਾ। ਹੁਣ ਰੱਬ ਨੇ ਥੋੜ੍ਹਾ ਉਹਨੂੰ ਨਸ਼ਾ ਲਿਆ ਕੇ ਦਿੰਦਾ ਸੀਗਾ, ਰੱਬ ਥੋੜ੍ਹਾ ਕਹਿੰਦਾ ਸੀ ਭਾਈ ਤੂੰ ਆਪਣੇ ਘਰਦਿਆਂ ਦੀ ਕੀਤੀ ਕਮਾਈ ਨੂੰ ਖੂਹ ਵਿੱਚ ਸੁੱਟ ਦੇ, ਨਸ਼ੇ ਵਿੱਚ ਬਰਬਾਦ ਕਰ ਦੇ। ਜੇ ਰੱਬ ਇਹੋ ਜਿਹਾ ਰੱਬ ਹੈ, ਫਿਰ ਇਹੋ ਜਿਹੇ ਰੱਬ ਨੂੰ ਪੂਜਣ ਦੀ ਲੋੜ ਨਹੀਂ ਹੈ ਜਿਹੜਾ ਸਾਡੇ ਘਰ ਬਰਬਾਦ ਕਰਦਾ ਆ। ਪਰ ਗੁਰੂ ਪਿਆਰ ਵਾਲਿਓ, ਉਹ ਅਕਾਲ ਪੁਰਖ ਵਾਹਿਗੁਰੂ ਦਾ ਭਾਣਾ ਕੀ ਹੈ, ਉਹਦੀ ਰਜ਼ਾ ਵਿੱਚ ਰਹਿ ਕੇ ਉਹਦੇ ਹੁਕਮ ਨੂੰ ਮੰਨ ਕੇ ਆਪਣੇ ਜੀਵਨ ਨੂੰ ਚੰਗੇ ਰਾਹ 'ਤੇ ਤੋਰਨਾ, ਇਹ ਰੱਬ ਦਾ ਭਾਣਾ ਹੈ। ਰੱਬ ਦਾ ਭਾਣਾ ਕੀ ਹੈ, ਜੀਵਨ ਅੰਦਰ ਦੁੱਖ ਵਿਪਤਾ ਆ ਜਾਵੇ ਤੇ ਗੁਰੂ ਪਿਆਰ ਵਾਲਿਓ ਉਹਦੇ ਵਿੱਚ ਨਾ ਡੋਲ, ਉਹਦੇ ਵਿੱਚ ਘਬਰਾ ਨਾ, ਇਹਨੂੰ ਰੱਬ ਦਾ ਭਾਣਾ ਸਮਝ ਕੇ ਪ੍ਰਵਾਨ ਕਰ। ਪਰ ਗੁਰੂ ਪਿਆਰ ਵਾਲਿਓ, ਜੇਕਰ ਤੂੰ ਰੱਬ ਦੇ ਭਾਣੇ ਉਹਦੀ ਰਜ਼ਾ ਵਿੱਚ ਰਾਜੀ ਨਹੀਂ ਰਹਿਣਾ ਤੇ ਫਿਰ ਤੇਰਾ ਜੀਵਨ ਜਿਹੜਾ ਦੁੱਖਾਂ ਵਿੱਚ ਹੀ ਬਤੀਤ ਹੋਵੇਗਾ। ਸਤਿਗੁਰੂ ਕਹਿੰਦੇ ਤੂੰ ਆਪੇ ਕਰੇ ਸੋ ਹੋਈ, ਤੁਦੇ ਆਪੇ ਸ੍ਰਿਸ਼ਟ ਸਭ ਉਪਾਈ ਜੀ। ਇਹ ਸਾਰੀ ਸ੍ਰਿਸ਼ਟੀ ਕਿਹਨੇ ਪੈਦਾ ਕੀਤੀ? ਉਸ ਅਕਾਲ ਪੁਰਖ ਨੇ, ਹੋਰ ਕੋਈ ਨਹੀਂ ਹੈ ਸ੍ਰਿਸ਼ਟੀ ਪੈਦਾ ਕਰਨ ਵਾਲਾ, ਕੋਈ ਨਾ ਬਾਬਾ, ਨਾ ਕੋਈ ਦੇਹਧਾਰੀ, ਨਾ ਕੁਝ ਨਹੀਂ ਹੈ। ਮਾਲਿਕ ਜੀ ਕਹਿੰਦੇ ਨੇ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ, ਉਹ ਅਕਾਲ ਪੁਰਖ ਵਾਹਿਗੁਰੂ ਸ੍ਰਿਸ਼ਟੀ ਨੂੰ ਸਾਜਣ ਵਾਲਾ ਆ। ਤੁਦੇ ਆਪੇ ਸਿਰਜ ਸਭ ਗੋਈ, ਉਹ ਮਾਲਕ ਆਪ ਹੀ ਇਸ ਨੂੰ ਪੈਦਾ ਕਰਕੇ ਆਪ ਹੀ ਉਹ ਨਾਸ਼ ਕਰਨ ਵਾਲਾ ਵੀ ਆ, ਆਪ ਇਹਨੂੰ ਖਤਮ ਵੀ ਕਰ ਸਕਦਾ ਆ। ਪਾਤਸ਼ਾਹ ਜੀ ਕਹਿੰਦੇ ਨੇ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਕਹਿੰਦੇ ਦਾਸ ਨਾਨਕ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਂਦਾ ਆ, ਜਿਹੜਾ ਸਾਰਾ ਸੰਸਾਰ ਬਣਾਉਣ ਵਾਲਾ ਹੈ, ਜਿਹੜਾ ਸਾਰੇ ਜੀਵਾਂ ਦੀ ਦਿਲ ਦੀ ਜਾਣਨ ਵਾਲਾ ਆ। ਤੇ ਅਸੀਂ ਵੀ ਗੁਰੂ ਪਿਆਰ ਵਾਲਿਓ ਉਸ ਅਕਾਲ ਪੁਰਖ ਦੇ ਗੁਣ ਗਾਈਏ, ਜਿਹੜਾ ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲਾ, ਸਾਰੇ ਦੇ ਦਿਲਾਂ ਦੀ ਜਾਣਨ ਵਾਲਾ ਆ। ਉਹਨੂੰ ਪਿਆਰ ਕਰੀਏ, ਉਹਦੇ ਗੁਣ ਗਾਈਏ। ਗੁਣ ਕਿਵੇਂ ਗਾਣੇ ਆ? ਜੀਵਨ ਦੇ ਅੰਦਰ ਚੰਗੇ ਕੰਮ ਕਰਕੇ, ਸੋਹਣੇ ਕੰਮ ਕਰਕੇ, ਜੀਵਨ ਅੰਦਰ ਆਪਣੇ ਅੰਦਰ ਸੱਚ ਨੂੰ ਵਸਾ ਕੇ, ਜੀਵਨ ਸਚਿਆਰਾ ਬਣਾ ਕੇ, ਜੀਵਨ ਦੇ ਅੰਦਰ ਪਿਆਰ ਮੁਹੱਬਤ ਪੈਦਾ ਕਰਕੇ, ਨਫ਼ਰਤ ਨੂੰ ਖਤਮ ਕਰਕੇ, ਇਸ ਤਰ੍ਹਾਂ ਅਸੀਂ ਰੱਬ ਦੇ ਗੁਣ ਗਾਈਏ। ਫਿਰ ਰੱਬ ਜਿਹੜਾ ਸਾਡੇ ਜੀਵਨ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਿਵਾਸ ਹੋ ਜਾਵੇਗਾ, ਉਹ ਵਸ ਜਾਵੇਗਾ। ਸਤਿਗੁਰੂ ਜੀ ਰਹਿਮਤ ਕਰਨ। ਵਿਚਾਰਾਂ ਕਰਦੇ ਹਾਂ ਭੁੱਲਾਂ ਦੀ ਖਿਮਾ, ਫਤਿਹ ਨਾਲ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।